ਅੱਜ ਦੀ ਕਹਾਣੀ ਪਿੰਡ ਮੁੰਨਣ ਕਲਾਂ ਜ਼ਿਲ੍ਹਾ ਗੁਰਦਾਸਪੁਰ ਦੀ ਕਹਾਣੀ ਹੈ। ਛੋਟਾ ਜਿਹਾ ਪਿੰਡ ਗੁੱਜਰ ਫੈਮਿਲੀ ਦਾ, ਜਿਹਦੇ ਵਿੱਚ ਇੱਕ ਨਾਮਵਰ ਚੌਧਰੀ ਲੱਭੂ ਦਾ ਨਾਮ ਹੋਇਆ, ਜਿਨ੍ਹਾਂ ਨੂੰ ਦੁਨੀਆ ਅੱਜ ਵੀ ਯਾਦ ਕਰਦੀ ਹੈ। ਅੱਜ ਉਹਨਾਂ ਦੀ ਕਹਾਣੀ ਸੁਣਨ ਵਾਸਤੇ ਪਹੁੰਚੇ ਹਾਂ ਉਹਨਾਂ ਦੇ ਪੁੱਤਰ ਦੇ ਕੋਲ, ਜਿਨ੍ਹਾਂ ਦਾ ਨਾਮ ਚੌਧਰੀ ਮਕਸੂਦ ਹੈ। ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਕਿਸ ਤਰ੍ਹਾਂ ਇਹਨਾਂ ਦੇ ਵਾਲਦ ਨੇ 300 ਤੋਂ ਉੱਤੇ ਜਿਹੜੇ ਮਰਦ ਔਰਤਾਂ ਦੀ ਜਾਨ ਬਚਾਈ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਪਾਕਿਸਤਾਨ ਤੱਕ ਲੈ ਕੇ ਆਏ। ਅਤੇ ਪੁੱਛਾਂਗੇ ਇਹਨਾਂ ਦੇ ਕੋਲੋਂ ਕਿ 47 ਦੇ ਉਸ ਹਮਲੇ ਦੇ ਵਿੱਚ ਜਦੋਂ ਇਹਨਾਂ ਦੀਆਂ 5 ਔਰਤਾਂ ਇਹਨਾਂ ਦੇ ਕੋਲੋਂ ਵਿਛੜੀਆਂ ਅਤੇ ਇਹਨਾਂ ਦੇ ਖੁਦ ਦੇ ਲੱਤ ਦੇ ਉੱਤੇ ਗੋਲੀ ਲੱਗੀ ਅਤੇ ਉਹ ਕਿਸ ਤਰ੍ਹਾਂ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕਿਹੜੇ ਹਾਲਾਤੋਂ ਵਾਕਿਆਤ ਦੇਖੇ, ਸਾਰੀ ਗੱਲਬਾਤ ਸੁਣਾਂਗੇ ਚੌਧਰੀ ਮਕਸੂਦ ਅਹਿਮਦ ਦੇ ਕੋਲੋਂ। ਉਹ ਇੰਨੀ ਕੁ ਸਖਵੈਰ ਇਕੱਠੀ ਹੋਈ ਸੀ, ਦਿਨ ਚੜ੍ਹਦੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ। ਅੱਛਾ, ਉਹਨਾਂ ਫਾਇਰਿੰਗ ਕਰ ਦਿੱਤੀ? ਫਾਇਰਿੰਗ ਸ਼ੁਰੂ ਕਰਤੀ। ਉਹਨਾਂ ਦੇ ਕੋਲ ਸੀਗੀਆਂ ਵੱਡੀਆਂ ਗੰਨਾਂ ਜਿਹੜੀਆਂ ਸ੍ਰੀ ਨਾਟ ਸ੍ਰੀ ਦੀਆਂ, ਉਹ ਗੱਲਾਂ ਜਿਹੜੀਆਂ ਸੀ ਉਹ ਉਹਨਾਂ ਨੇ ਸ਼ੁਰੂ। ਮੈਂ ਵੀ ਕੋਠੇ ਤੋਂ ਬਾਅਦ ਵੀ ਤੁਰ ਚੜਿਆ ਤੇ ਸਾਡਾ ਉਹ ਛੱਤ ਤੇ ਖੜਾ। ਅੱਛਾ। ਤੇ ਉਹ ਮੇਰੀ ਕੌਮੇ ਓਏ ਬਹਿ ਜਾਓ, ਓਏ ਬਹਿ ਜਾਓ ਓਏ ਨਾ, ਪਹਿਲੇ ਤਾਂ ਕਹਿੰਦੇ ਨਾ ਜੋ ਪਟਾਕੇ ਆ ਪਟਾਕੇ। ਅੱਛਾ। ਮੈਂ ਕੋਠੇ ਤੇ ਮੇਰੇ ਇੱਥੇ ਆ ਗੋਲੀ ਲੱਗ ਗਈ ਸ੍ਰੀ ਨਾਟ ਸ੍ਰੀ ਦੀ। ਹਾਂਜੀ। ਅੱਛਾ। ਉਹ ਸਾਰਾ ਛੱਪਣ ਲੱਗ ਗਿਆ ਉੱਤੇ ਕੋਠੇ ਦੇ। ਪਰਚੀ ਲੀਗ ਨੂੰ ਦਈ ਯਾਰ, ਪਰਚੀ ਲੀਗ ਨੂੰ ਦਈ, ਭਾਵੇਂ ਥਾਣੇਦਾਰ ਡਰਾਵੇ, ਅੱਖਾਂ ਕੱਢੇ ਤੇ ਧਮਕਾਵੇ, ਉਹਨੂੰ ਆਖੀ ਚੱਲ ਚੱਲੇ ਤੇ ਤੋਂ ਡਰੀਏ ਕਿਹੜੀ ਗੱਲ, ਤੂੰ ਇਹ ਸਾਡਾ ਚੌਕੀਦਾਰ, ਪਰਚੀ ਲੀਗ ਨੂੰ ਦਈ ਯਾਰ, ਪਰਚੀ ਲੱਭਦਾ ਲੱਭਦਾ ਨਾ ਉਹ ਤੇ ਅੱਪੜ ਪਿਆ। ਉਹ ਸਾਡੀਆਂ ਪੰਜੇ ਜਿਹੜੀਆਂ ਬੀਵੀਆਂ ਸੀ ਤੇ ਉਹ ਜਿਹੜੀਆਂ ਸੀ ਨਾ, ਉਹਦਾ ਸ਼ਾਹ ਸ਼ਹੀਦ, ਹਾਂਜੀ, ਉਹਦੀਆਂ ਬੇਟੀਆਂ 4 ਤੇ 2 ਬੇਟੇ, ਸਾਰੇ ਨਾਬਾਲਗ। ਅੱਛਾ। ਤੇ ਉਹਨਾਂ ਨੂੰ ਨਾਲ ਲੈ ਕੇ ਬੁੱਢਾ ਬੰਦਾ ਦਾੜੀ, ਉਹ ਜਾਂਦਾ ਸੀ ਗੁਜ਼ਰਾ। ਅੱਛਾ। ਅੱਗੋਂ ਬੇਲਾ ਜਿਹਾ ਸੀ, ਉਹਦੇ ਵਿੱਚ ਲੰਘਦੇ ਅੱਗੇ ਘੋੜੀਆਂ ਦੇ ਉੱਤੇ ਸਿੱਖ ਆਉਂਦੇ, ਉਹਨਾਂ ਦੀ ਜ਼ੁਬਾਨੀ। ਹਾਂਜੀ। ਉਹਨਾਂ ਦੇਖੇ ਤੇ ਉਹਨਾਂ ਨੇ ਕਿਹਾ ਹੁਣ ਤਿਆਰ ਹੋ ਜਾਓ। ਉਹ ਭੀੜ ਉਹਦੇ ਕੋਲ ਇੱਕ ਸ਼ੇਰਾ ਸੀ ਆਈਂਦਾ, ਉਹਨੇ ਕਿਹਾ ਭੈਣ ਤੁਹਾਨੂੰ ਪਹਿਲੇ ਮਾਰ ਲਓ ਫਿਰ ਦੂਸਰੇ ਨੂੰ ਸਾਰੇ ਬਾਅਦ ਚ। ਆਪਣੇ ਹੱਥੀ ਮੀਆਂ ਤਾਜ ਹੁੰਦਾ ਸੀ ਮਸਜਿਦ ਦੇ, ਕੱਚੀ ਜੀ ਮਸਜਿਦ ਇੰਨੀ ਕਿਵੇਂ ਛੋਟੀ ਜੀ ਸੀ। ਅੱਛਾ। ਉਹ ਉੱਥੇ ਖੜਾ ਤੇ ਸਾਡੇ ਉਹ ਭਰਵਾਲੀਏ ਦੀ ਉਹ ਮੁੰਡੇ ਤੇ ਇੱਕ ਮੇਰਾ ਵੱਡਾ ਉਹ ਭਾਈ ਜਿਹੜਾ ਸੀ, ਹਾਂਜੀ, ਇਹ 3-4 ਜਣੇ ਖੜੇ ਸੀ। ਉਹਨੇ ਕਿਹਾ ਮੁਹਾਜਰੋ। ਅੱਛਾ। ਉਹ ਜਾ ਕੇ ਤੇ ਬਾਹਰੋਂ ਤੇ ਲੱਕੜੀਆਂ ਚੁਣ ਕੇ ਲਿਆ ਕੇ ਰੋਟੀਆਂ ਪਾਓ, ਜਿਹਨੇ ਉਹ ਲੱਕੜੀ ਕੋ ਵੱਢੀ ਕਿਤੇ ਹੋ ਤੇ ਮੈਂ ਬੁਰਾ ਹਾਲ ਕਰਾਂਗਾ। ਤੁਸੀਂ ਬੀਬੀਆਂ ਨੂੰ ਘੱਲਿਆ ਕਰੋ ਸਾਡੀਆਂ ਹਵੇਲੀਆਂ ਚ, ਗੋਹਾ ਥੱਪਣ ਉਹ ਬਾਲੋ। ਅੱਛਾ। ਇਹ ਤੱਕ ਉਹਨਾਂ ਦੇ ਦਿਮਾਗ ਖਰਾਬ। ਉਹ ਭਰਵਾਲੀ ਜਿਹੜਾ ਵੀ ਤੇਜ਼ ਸੀ ਤੇ ਮੇਰਾ ਭਾਈ ਜਿਹੜਾ ਸੀ ਉਹ ਵੀ ਬੜਾ ਗੁੱਸੇ ਆ ਕੇ ਉਹਨਾਂ ਉਹਨੂੰ ਫੜ ਲਿਆ। ਦੇ ਛਿੱਤਰ ਤੇ ਛਿੱਤਰ, ਦੇ ਛਿੱਤਰ ਤੇ ਛਿੱਤਰ। ਤੋਬਾ ਕੀਤੀ ਜਦੋਂ ਉਦੋਂ ਉਹਨੂੰ ਛੱਡਿਆ। ਅਬੇ ਉਹਨਾਂ ਨੇ ਕਿਹਾ ਵੀ ਆਪ ਉਹਨਾਂ ਨੇ ਜੀ ਜਾਣੇ ਨੇ, ਆ ਜਿੰਨਾ ਮੇਰਾ ਕਾਫਲਾ ਹੈ ਇਹਦੇ ਨਾਲ ਕਰ ਬੰਦੋਬਸਤ। ਅੱਛਾ। ਉਸ ਕਿਹਾ ਬੜਾ ਗੁੱਸੇ ਨਾਲ ਕਹਿੰਦਾ ਚਾਚਾ ਜੀ ਮਰੋ ਫਿਰ ਤੁਸੀਂ ਇਹਨਾਂ ਨਾਲ ਇੱਥੇ, ਤੇ ਮੈਂ 12 ਸਾਲ ਲੈ ਜਾਂਦਾ ਵਾ। ਅੱਛਾ। ਉਹਨਾਂ ਕਿਹਾ ਨਹੀਂ। ਤੁਹਾਡੇ ਵਾਲਦ ਸਾਹਿਬ ਨੇ ਉਸ ਕਾਫਲੇ ਦਾ ਸਾਥ ਨਹੀਂ ਛੱਡਿਆ? ਨਹੀਂ। ਉਹਨਾਂ ਨੇ ਕਿਹਾ ਉਹਨਾਂ ਨੂੰ ਨਾਲ ਮੇਰੇ ਨਾਲ ਚੱਲੇ ਨਾ, ਮਾਲ ਡੰਗਰ ਦੇ ਰੱਸੇ ਵੱਢ ਦਿੱਤੇ। ਅੱਛਾ। ਤੇ ਕਹਿੰਦੇ ਇੱਕ ਅਸੀਂ ਸਾਡਾ ਪਿੰਡ ਮੁੰਨਣ ਕਲਾਂ ਸੀ, ਉੱਥੇ ਚਲੇ ਰਾਤ ਉੱਥੇ ਕੱਢਦੇ ਜਾਗਵਾਲ ਸਾਡੇ ਰਿਸ਼ਤੇਦਾਰ ਵੀ ਸੀ। ਉਹ ਸਾਰਾ ਪਿੰਡ ਉੱਠਿਆ, ਉੱਥੇ ਗਏ ਤੇ ਉਹ ਜਾਗਵਾਲ ਪਿੰਡ ਜਿਹੜਾ ਉਹ ਵੀ ਉਜੜ ਗਿਆ ਸੀ। ਅੱਛਾ, ਉਜੜ ਗਿਆ ਸੀ ਤੁਹਾਡੇ ਜਾਂਦੇ? ਉਜੜ ਗਿਆ ਸੀ। ਉੱਥੋਂ ਚੱਲੇ ਹੁਣ ਘਰ ਨੂੰ ਨੀ ਮੁੜੇ, ਜਾਂਦੇ ਨੇ ਮਾਲ ਮੁਰ ਕੇ ਗਏ ਵੀ ਰਾਤ ਕੱਟਣ ਤੇ ਗਏ। ਸਾਡੇ ਜਿਹੜੇ ਸੀ ਨਾ ਪਿੰਡ ਦੇ ਵਿੱਚ ਮਿਸਤਰੀ, ਉਹ ਦੋਵੇਂ ਹਿੰਦੂ ਸੀ, 2 ਭਰਾ ਸੀ। ਅੱਛਾ। ਨਾਲ ਬਾਜ਼ਾਰ ਪਿੰਡ ਸੀ, ਉੱਥੋਂ ਕੰਮ ਕਰਦੇ ਸੀ। ਅੱਛਾ। ਸਾਡਾ ਉਹਨਾਂ ਨਾਲ ਬੜਾ ਸੀ। ਉਹਨਾਂ ਨੇ ਦਾੜ ਐਡੇ ਲੰਬੇ ਬਣਾ ਕੇ ਇੰਨੀ ਚੁੰਝ ਅੱਗੇ ਕਰਕੇ ਉਹ ਦਿੱਤੇ ਅਸੀਂ ਲੱਗਣ ਵਾਸਤੇ। ਉਹਨਾਂ ਦਾ ਕੋਈ ਨਾਂ ਯਾਦ ਹੈ ਲੁਹਾਰਾਂ ਦਾ? ਹਾਂ, ਜਾਗਰ ਸਿੰਘ ਤੇ ਫਕੀਰ ਸਿੰਘ। ਅੱਛਾ, ਫਕੀਰ ਸਿੰਘ। ਹਾਂ। ਵਾਹ ਜੀ ਵਾਹ। ਇੱਕ ਉਹਨਾਂ ਦਾ ਭਾਂਜਾ ਸੀ ਪ੍ਰਕਾਸ਼,
ਅੱਛਾ, ਤੁਹਾਡੇ ਪਿੰਡ ਆ ਕੇ ਕੰਮ ਕਰਦੇ ਸਾਰਾ ਲਵਾਰ ਦਾ? ਹਾਂ, ਸਾਡੇ ਟੀਚਰ ਸੀ 1 2 3 ਮੁਸਲਮਾਨ ਸੀ। ਅੱਛਾ। ਤੇ 3 4 ਮੁਸਲਮਾਨ ਸੀ। 4 ਮੁਸਲਮਾਨ ਸੀ। 3 ਹੈਗੇ ਸੀ, 2 ਹੈਗੇ ਸੀ ਖੱਤਰੀ ਜਿਹੜੇ ਹੁੰਦੇ ਹਿੰਦੂ, ਉਹਨਾਂ ਦਾ, ਤੇ 3 ਸਿੱਖ ਸੀ। ਅੱਛਾ। ਤਾਰਾ ਸਿੰਘ, ਹਾਂ, ਇੱਕ ਸਵਰਨ ਸਿੰਘ, ਅੱਛਾ, ਇੱਕ ਹਿੰਦੂ। अस्सलाम वालेकुम। वालेकुम अस्सलाम। की हाल चाल है? बिल्कुल ठीक हो? अल्लाह दी करम जी ठीक। की नाम है अपना? मकसूद अहमद। मकसूद अहमद। ਤੁਹਾਡੇ ਵਾਲਾ ਸਾਹਿਬ ਦਾ? ਚੌਧਰੀ ਲੱਭੂ। ਤੇ ਦਾਦਾ ਜੀ ਦਾ? ਦਾਦਾ ਜੀ ਸੀਗਾ, ਉਹਨਾਂ ਦਾ ਨਾਮ ਹੈਗਾ ਥੋੜਾ ਜਿਹਾ, ਇੱਕ ਮਿੰਟ, ਜਿਹੜਾ ਸਾਡਾ ਮੇਰੇ ਬਾਪ ਜੀ ਦਾ ਨਾਮ ਸੀ ਇਬਰਾਹਿਮ ਸੀ, ਤੇ ਉਰਫ ਜਿਹੜਾ ਸੀ ਨਾ, ਉਹ ਲੋਕ ਕਾਗਜ਼ਾਂ 'ਚ ਲੱਭੂ ਚੜ ਗਿਆ। ਅੱਛਾ, ਲੱਭੂ ਚੜ ਗਿਆ। ਹਾਂ, ਤੇ ਦਾਦੇ ਦਾ ਨਾਮ ਹੈਗਾ ਵਾ ਅੱਛਾ, ਦੇਨ ਚ ਨਹੀਂ ਆ ਰਿਹਾ। ਚਲੋ ਅਸੀਂ ਯਾਰ ਨਹੀਂ ਵਿੱਚ ਆ ਜਾਏਗਾ ਦੇਨ ਦੇ ਵਿੱਚ, ਫਿਰ ਚਲੋ ਆ ਜਾਏਗਾ। ਚਲੋ ਅੱਛਾ ਬਜ਼ੁਰਗੋ, ਹਿੰਦੁਸਤਾਨ ਦੀਆਂ ਗੱਲਾਂ ਪੁੱਛਣ ਆਏ ਆ ਤੁਹਾਡੇ ਕੋਲ। ਹਾਂ, ਪੁੱਛੋ। 47 ਵੇਲੇ ਕਿੰਨੀ ਉਮਰ ਸੀ ਆਪਣੀ? ਮੈਂ 14 ਸਾਲ ਦਾ ਸੀ। 14 ਸਾਲ ਦੇ ਸੀ। 7ਵੀਂ ਚ ਪੜ੍ਹਦਾ ਸੀ। ਅੱਛਾ, 7ਵੀਂ ਚ ਪੜ੍ਹਦੇ ਸੀ। ਜੀ ਹਾਂ, ਮਾਸ਼ਾਅੱਲਾ। ਹਿੰਦੁਸਤਾਨ ਦੇ ਵਿੱਚ ਆਪਣਾ ਪਿੰਡ ਕਿਹੜਾ ਸੀ? ਮੁੰਨਣ ਕਲਾਂ। ਮੁੰਨਣ ਕਲਾਂ, ਤਹਿਸੀਲ ਜ਼ਿਲ੍ਹਾ ਗੁਰਦਾਸਪੁਰ। ਅੱਛਾ, ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਮੇਰੇ ਨਾਲ ਪਿੰਡ ਲੱਗਦਾ ਸੀ, ਸਾਡੇ ਜਿਹੜੇ ਨਾਲ ਸੀ ਨਾਲ, ਜਿੰਨੇ ਕਹੋ ਪਿੰਡ ਉਹ ਮੈਂ ਦੱਸਦਾ। ਜਿਹੜੇ ਸਾਈਡਾਂ ਕਹੋ ਤੇ ਸਾਈਡਾਂ ਜਿਹੜੇ ਤੁਹਾਨੂੰ ਯਾਦ ਨੇ, 4 ਚੁਫੇਰੇ? 4 ਚੁਫੇਰੇ। ਇਸ ਤਰ੍ਹਾਂ ਸਾਡੇ ਨਾਲ ਹੀ ਬਜਾੜਾ ਪਿੰਡ ਸੀ। ਅੱਛਾ। ਗੁਜਰਾਂ ਦੇ ਸਾਰੇ ਪਿੰਡ ਸੀ ਜਿਹੜੇ। ਇਸ ਸਾਈਡ ਦੇ ਨਾਲ ਚੱਕ ਸ਼ਰੀਫ। ਅੱਛਾ। ਉਹ ਤੋਂ ਅੱਗੇ ਕੋਟੜਾ। ਅੱਛਾ। ਉਹ ਤੋਂ ਇੱਧਰ ਨੂੰ ਆ ਜਾਓ ਬਲਵੰਡਾ। ਅੱਛਾ। ਉਹ ਤੋਂ ਅੱਗੇ ਆ ਗਿਆ ਸਭੋਪੁਰ। ਉਹ ਤੋਂ ਇੱਧਰ ਨੂੰ ਆ ਗਿਆ ਰਾਜੋ ਵੇਲਾ। ਨਾਲ ਸਲਾਹਪੁਰ ਸੀ, ਸਿੱਖਾਂ ਦਾ ਇੱਕ ਪਿੰਡ। ਅੱਛਾ। ਅੱਛਾ, ਸਹੀ ਹੋ ਗਿਆ। ਉਧਰੋਂ ਫਿਰ ਇੱਧਰ ਨੂੰ ਆ ਜਾਂਦੇ ਆ। ਇੱਧਰੋਂ ਅਸੀਂ ਇੱਧਰ ਸਾਡੇ ਨਾਲ ਅਸੀਂ ਸ਼ਹਿਰ ਸਾਨੂੰ ਲੱਗਦਾ ਕਾਨੋਆਣ। ਬੜਾ ਟਿੱਬਾ ਉੱਚਾ ਸੀ, ਉਹਦੇ ਉੱਤੇ ਉਹ ਸ਼ਹਿਰ ਸੀ ਤੇ ਬੜਾ ਵੱਡਾ ਸਰ। ਸਹੀ। ਉੱਥੇ ਲੋਕ ਬਾਹਰ ਦੇ ਮੁਲਕਾਂ ਦੇ ਆਉਂਦੇ ਸੀ। ਉੱਥੇ ਇੱਕ ਅਸੀਂ ਜਿਵੇਂ ਨਾ ਕੋਈ ਵੱਡਾ ਸਾਰਾ ਤਲਾਅ ਹੁੰਦਾ, ਵੱਡਾ ਸਾਰਾ। ਅੱਛਾ। ਕੁਦਰਤੀ ਜਿਹੜਾ ਬਣਿਆ ਸੀ। ਵਾਹ ਜੀ ਵਾਹ। ਉੱਥੇ ਦੇਖਣ ਵਾਸਤੇ ਲੋਕ ਬੜੇ ਆਉਂਦੇ ਹੁੰਦੇ ਸੀ। ਸਹੀ ਹੋ ਗਿਆ। ਉੱਥੋਂ ਇੱਧਰ ਹੁਣ ਫਿਰ ਚੱਕੀ ਵੇਲੇ ਇੱਧਰੋਂ ਜਿਹੜਾ ਸੀ ਨਾ, ਸਾਡੇ ਬਜਾੜਾਂ ਜਿਹੜੇ ਦਸੀਆਂ, ਹਾਂਜੀ, ਉਹਦੇ ਇਸ ਸਾਈਡ ਦੇ ਉੱਤੇ ਅੱਗੇ ਆ ਜਾਂਦੀ ਖਟਾਣੇ। ਉਹ ਤੋਂ ਅੱਗੇ ਆ ਜਾਂਦਾ ਸੀ ਜਾਗਵਾਲ ਸਕੂਲ ਸਾਡਾ ਸੀ ਜਿਹੜਾ। ਅੱਛਾ। ਜਾਗਵਾਲ ਪਿੰਡ ਸੀ ਤੇ ਸਕੂਲ ਉਹ ਸੀ, 8ਵੀਂ ਤੱਕ ਸਕੂਲ ਸੀ ਉਹ। ਅੱਛਾ ਅੱਛਾ ਅੱਛਾ। ਉੱਥੋਂ ਇਸ ਨਾਮ ਨੂੰ ਫਿਰ ਇੱਕ ਨਾਲਾ ਸੀ, ਇਸ ਤਰ੍ਹਾਂ ਦਰਿਆ ਚੋਂ ਪੈਂਦਾ, ਦਰਿਆ ਚਲੇ ਜਾਂਦਾ ਸੀ। ਉਹ ਤੋਂ ਅੱਗੇ ਇਸ ਨਾਮ ਨੇ ਸੀ ਪਸਵਾਲ ਪਿੰਡ। ਸਹੀ। ਜਿਹੜਾ ਸਕੂਲ ਸੀ ਸਾਡਾ, ਉਹਦੇ ਬੈਕ ਇਸ ਸਾਈਡ ਦੇ ਉੱਤੇ ਉੱਥੇ ਛੌੜੀਆਂ ਪਿੰਡ ਸੀ। ਅੱਛਾ। ਇਸ ਸਾਈਡ ਦੇ ਉੱਤੇ ਟਕਾਪੁਰ ਸੀ। ਉਹਦੇ ਅੱਗੇ ਟਕਾਪੁਰ ਤੋਂ ਅੱਗੇ ਹੈਗੇ ਸੀ ਕਸਾਣੀ। ਅੱਛਾ। ਚਲੋ ਇੰਨੇ ਹੀ ਬੜੇ ਨੇ ਪਿੰਡ ਜਿੰਨੇ ਤੁਸੀਂ ਦੱਸ ਦਿੱਤੇ। ਮਤਲਬ ਬੜੀ ਯਾਦਾਸ਼ਤ ਤੁਹਾਡੀ। ਅੱਛਾ, ਆਪਣੀ ਬਰਾਦਰੀ ਕਿਹੜੀ ਹੈ? ਗੁੱਜਰ। ਗੁੱਜਰ। ਗੋਤ ਕਿਹੜੀ ਹੈ? ਗੋਤ ਮੁੰਨਣੀ। ਨਾਲ ਪਿੰਡ ਦਾ ਨਾਂ ਜਿਹੜਾ ਨਾ, ਤੁਹਾਡੀ ਗੋਤ ਦੇ ਨਾਂ ਤੇ ਹੈ? ਗੋਤ ਦੇ ਨਾਂ। ਆਮ ਪਿੰਡ ਜਿਹੜੇ ਸੀ ਗੁੱਜਰਾਂ ਦੇ ਗੋਤਾਂ ਦੇ ਨਾਂ। ਅੱਛਾ ਅੱਛਾ ਅੱਛਾ। ਇਹ ਜਿਹੜੇ ਆਲੇ ਦੁਆਲੇ ਤੁਸੀਂ ਪਿੰਡ ਦੱਸੇ ਨੇ, ਇਹ ਕਿਹੜੀ ਕਿਹੜੀ ਬਰਾਦਰੀ ਦੇ ਪਿੰਡ ਸਨ? ਇਹ ਸਾਰੇ ਤਕਰੀਬਨ ਗੁੱਜਰਾਂ ਦੇ ਸੀ। ਅੱਛਾ। ਇਹਨਾਂ ਦੇ ਵਿੱਚ ਇੱਕ ਪਿੰਡ ਸਦੋਪੁਰ ਜਿਹੜਾ ਸੀ ਨਾ, ਹਾਂਜੀ, ਉਹਦੇ ਵਿੱਚ ਸੀ ਖੱਤਰੀ ਕੋ ਹੁੰਦੇ, ਉਹਨਾਂ ਦਾ ਜ਼ਿਆਦਾ। ਅੱਛਾ। ਤੁਹਾਡੇ ਪਿੰਡ ਦੇ ਵਿੱਚ ਗੁੱਜਰਾਂ ਤੋਂ ਇਲਾਵਾ ਕਿਹੜੀ ਬਰਾਦਰੀ ਰਹਿੰਦੀ ਸੀ? ਕੋਈ ਬਰਾਦਰੀ ਛੋਟੇ ਲੋਕ ਤੇਲੀਆਂ ਦੇ ਘਰ ਜਿਹੜੇ ਯਾਨੀ ਹੁੰਦੇ ਨਾ ਇਸ ਤਰ੍ਹਾਂ। ਹਾਂਜੀ। ਤੇਲੀਆਂ ਦੇ ਘਰ ਸੀ 2। ਅੱਛਾ। 2-3 ਰਾਈਆਂ ਦੇ ਘਰ ਸੀ। ਅੱਛਾ। ਤੇ ਬਾਕੀ ਸਵਾਈਆਂ ਦੀ ਬਸਤੀ ਸੀ, 7-8 ਘਰ ਉਹ ਸਨ। ਬਾਕੀ ਸਾਰੇ ਏਦਾਂ ਜਨੈਣ ਦੇ ਘਰ ਸੀ 3। ਅੱਛਾ। ਇੱਕ ਉਹਨਾਂ ਨੂੰ ਅਸੀਂ ਕਹਿੰਦੇ ਸੀ ਫਕੀਰ। ਚਲੋ ਉਹਨਾਂ ਦਾ ਵੀ ਘਰ। ਤੇ ਸਿੱਖ ਜਾਂ ਹਿੰਦੂ ਕੋਈ ਨਹੀਂ ਸੀ ਰਹਿੰਦਾ? ਨਹੀਂ। ਅੱਛਾ। ਕੋਈ ਦੁਕਾਨ ਵੀ ਨਹੀਂ ਸੀ ਕਰਦਾ ਕੋਈ ਹਿੰਦੂ ਤੁਹਾਡੇ ਪਿੰਡ ਦੇ ਵਿੱਚ? ਝੀਰ ਹੁੰਦੇ ਸੀ, ਉਹ ਹਿੰਦੂ ਜਿਹੇ ਹੁੰਦੇ ਸੀ, ਉਹ ਪਾਣੀ ਭਰਦੇ ਹੁੰਦੇ ਸੀ। ਅੱਛਾ ਅੱਛਾ ਅੱਛਾ। ਸਹੀ ਹੋ ਗਿਆ। ਤੁਹਾਡੇ ਪਿੰਡ ਦੀ ਜ਼ਮੀਨ ਕਿੱਦਾਂ ਦੀ ਸੀ? ਸਾਡੇ ਇਹ ਦਰਿਆਈ ਇਲਾਕੇ ਜਿਹੜੇ ਨਾ, ਇਹਨਾਂ ਦੀ ਜ਼ਮੀਨਾਂ ਜਿਹੜੀਆਂ ਸੀ, ਉਹਨਾਂ ਦਰਿਆ ਦੇ ਉਛਾਲ ਨਾਲ ਫਸਲਾਂ ਜ਼ਿਆਦਾ ਹੁੰਦੀਆਂ ਸੀਗੀਆਂ ਜਿਹੜੀਆਂ ਸੋਨੇ ਦੀਆਂ।
ਤੇ ਦੂਸਰੀ ਜਿਹੜੀ ਉਹ ਦੂਸਰੇ ਹੋਰ ਰੈਹਲਟ ਜਿਹੜੇ ਨਾ ਹਾਂਜੀ ਇਹ ਲਵਾਏ ਸੀ, ਸਾਡੇ ਵੀ ਲੱਗੇ ਹੋਏ ਸੀ। ਸਾਡੇ ਨਾਲ ਪਿੰਡ ਸੀ ਧਾਵੇਂ, ਉਹ ਮੈਂ ਛੱਡਤਾ। ਸਾਡਾ ਉੱਥੇ ਖੂਹ ਸੀ ਤੇ ਉਹਦੇ ਨਾਲ ਉਹ ਪਿੰਡ ਸੀ ਧਾਵੇਂ, ਉਹਨਾਂ ਦਾ ਵੀ ਇੱਕ ਉੱਥੇ ਖੂਹ, ਉੱਥੇ ਵੀ ਉਹ ਵੀ ਗੁੱਜਰ ਹੀ ਸਾਰੇ ਸੀ। ਸਹੀ ਹੋ ਗਿਆ। ਅੱਛਾ, ਆਪਣਾ ਉੱਥੇ ਰਹਿਣ ਸਹਿਣ ਕਿਦਾਂ ਸੀ? ਵੱਡੇ ਬਜ਼ੁਰਗ ਜਿਹੜੇ ਸੀ ਵਾਹੀ ਕਰਦੇ ਸੀ ਜਾਂ ਨੌਕਰੀ ਪੇਸ਼ਾ ਕੰਮ ਸੀ? ਨੌਕਰੀ ਪੇਸ਼ਾ ਨਹੀਂ ਸੀ ਕੋਈ, ਕਿਤੇ ਸ਼ਾਇਦ ਫੌਜ ਦੇ ਵਿੱਚ ਕੋਈ ਬੰਦਾ। ਅੱਛਾ, ਬਾਕੀ ਵਾਹੀ ਕਰਦੇ ਸੀ, ਜ਼ਿਆਦਾ ਵਾਹੀ ਸੀ। ਵਾਹੀ ਸਾਰੇ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੀ ਰਿਸ਼ਤੇਦਾਰੀ ਹੈਗੀ ਸੀ ਇੱਕ ਵੇਲੇ ਉੱਥੋਂ ਬਜਾੜਾਂ ਵਿੱਚ ਵੀ ਸਾਡੀ ਰਿਸ਼ਤੇਦਾਰੀ ਸੀ। ਅੱਛਾ, ਅੱਗੇ ਅੱਗੇ ਬਲਵੰਡਾ ਉੱਥੇ ਵੀ ਸਾਡੀ ਰਿਸ਼ਤੇਦਾਰੀ ਸੀ। ਰਾਜਵੇਲੇ ਦੇ ਸਾਡੇ ਯਾਨੀ 2 ਭਾਈ ਮੇਰੇ ਉੱਥੇ ਵਿਆਹੇ ਸੀ। ਅੱਛਾ, ਤੇ ਇੱਧਰ ਆ ਜਾਂਦਾ ਹੁਸ਼ਿਆਰਪੁਰ ਦੇ ਵਿੱਚ ਸੀਗੇ ਜਿਹੜੇ ਪਿੰਡ, ਹਾਂਜੀ, ਉਹ ਵੀ ਰਿਸ਼ਤੇਦਾਰਾਂ ਦੇ। ਤੇ ਹੋਰ ਨਾਲ ਉੱਥੇ ਧਾਵੇਂ ਜਿਹੜੇ ਉਹਦੇ 'ਚ ਵੀ ਰਿਸ਼ਤੇਦਾਰੀ ਸੀ। ਜਾਗੋਵਾਲ ਜਿਹੜਾ ਜਾਗੋਵਾਲ ਵੀ ਅੱਗੇ ਲਿਖਾਇਆ ਕਿਤੇ। ਅੱਛਾ, ਸਕੂਲ ਜਿਹੜਾ ਜਿੱਥੇ ਉਹਦੇ ਵੀ ਸਾਡੇ ਉਹ ਗੁਜਰਾਂ ਦੀ ਉਹ ਬਰਾਦਰੀ ਸਾਡੇ ਨਾਨਕੇ ਉੱਥੇ। ਅੱਛਾ, ਨਾਨਕੇ ਉੱਥੇ ਸੀ? ਨਾਨਕੇ ਉੱਥੇ ਸੀ। ਵਾਹ ਜੀ ਵਾਹ। ਅੱਛਾ ਬਜ਼ੁਰਗੋ, ਤੁਸੀਂ ਦੱਸਿਆ ਤੁਸੀਂ 14 ਸਾਲ ਦੇ ਸੀ ਤੇ 7ਵੀਂ ਜਮਾਤ 'ਚ ਪੜ੍ਹਦੇ ਸੀ। ਤੁਹਾਡੇ ਪਿੰਡ ਦੇ ਵਿੱਚ ਵੀ ਸਕੂਲ ਹੁੰਦਾ ਸੀ? ਨਹੀਂ, ਤੁਸੀਂ ਸ਼ੁਰੂ ਤੋਂ ਜਾਗੋਵਾਲ ਹੀ ਪੜ੍ਹੇ? ਜਾਗੋਵਾਲ। ਉੱਥੇ ਤੁਹਾਡੇ ਨਾਲ ਬੱਚੇ ਪੜ੍ਹਦੇ ਹੋਣੇ ਨੇ, ਸਿੱਖਾਂ ਦੇ ਵੀ ਮੁਸਲਮਾਨਾਂ ਦੇ ਵੀ? ਕੋਈ ਨਾਂ ਯਾਦ ਨੇ ਸਿੱਖਾਂ ਦੇ ਬੱਚਿਆਂ ਦੇ ਜਿਹੜੇ ਤੁਹਾਡੇ ਕਲਾਸ ਫੈਲੋ ਸੀ ਉੱਥੇ? ਥੋੜੇ ਜਿਹੇ ਬੱਚੇ ਸੀ ਉਹ ਇੱਥੇ। ਨਹੀਂ, ਕੋਈ ਇੱਕ ਅੱਧਾ ਯਾਦ ਹੁੰਦਾ ਨਾ ਬੰਦੇ ਨੂੰ, ਬੰਦਾ ਨਹੀਂ ਭੁੱਲਦਾ ਬੱਚਾ ਆਪਣਾ ਕਲਾਸ ਫੈਲੋ। ਨਹੀਂ, ਕਲਾਸ ਵਾਲੇ ਸਾਡਾ ਨਹੀਂ ਸੀ ਕੋਈ। ਅੱਛਾ, ਸਾਰੇ ਮੁਸਲਮਾਨ ਸੀ? ਹਾਂ। ਤੇ ਜਿਹੜੇ ਟੀਚਰ ਸਨ ਉਹ ਮੁਸਲਮਾਨ ਹੁੰਦੇ ਸੀ ਕਿ ਹਿੰਦੂ? ਸਾਡੇ ਟੀਚਰ ਸੀ 1 2 3 ਮੁਸਲਮਾਨ ਸੀ। ਅੱਛਾ, ਤੇ 4 ਮੁਸਲਮਾਨ ਸੀ। ਅੱਛਾ, 4 ਮੁਸਲਮਾਨ ਸੀ। 3 ਹੈਗੇ ਸੀ, 2 ਹੈਗੇ ਸੀ ਖੱਤਰੀ ਜਿਹੜੇ ਹੁੰਦੇ ਹਿੰਦੂ, ਉਹਨਾਂ ਦਾ, ਤੇ 3 ਸਿੱਖ ਸੀ। ਅੱਛਾ, ਸਹੀ ਹੋ ਗਿਆ। ਉਹਨਾਂ ਦਾ ਕੋਈ ਨਾਂ ਯਾਦ ਹੈ ਜਿਹੜੇ ਖੱਤਰੀ ਸੀ? ਖੱਤਰੀ ਸੀ ਜਾਂ ਦੂਸਰੇ ਟੀਚਰ ਸਨ? ਤਾਰਾ ਸਿੰਘ, ਹਾਂ, ਇੱਕ ਸਵਰਨ ਸਿੰਘ। ਅੱਛਾ, ਇੱਕ ਹਿੰਦੂ ਮਾਸਟਰ ਸੀ, ਮੇਰਾ ਹੁਣ ਦਿਨ ਉਹਨਾਂ ਕੰਮ ਨਹੀਂ। ਉਮਰ ਵਾਵਾ ਹੋ ਗਈ ਨਾ ਤੁਹਾਡੀ, ਤਾਂ ਸਹੀ ਬੰਦੇ ਨੂੰ ਯਾਦ ਹੈ। ਅੱਛਾ, ਹੈ ਉਸੇ ਇਲਾਕੇ ਦੇ ਸਨ? ਹਾਂ, ਉਸੇ ਇਲਾਕੇ ਦੇ। ਸਹੀ ਹੋ ਗਿਆ। ਅੱਛਾ, ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕ ਮਸਜਿਦ। ਛੋਟੇ ਛੋਟੇ ਪਿੰਡ, ਵੱਡਾ ਪਿੰਡ ਕੋਈ ਨਹੀਂ ਸੀ ਏਡਾ ਵੱਡਾ ਜਿਹੜਾ ਹੋਵੇ। ਅੱਛਾ, ਹਾਂ। ਲੰਬੜਦਾਰ ਕਿੰਨੇ ਸੀ ਤੁਹਾਡੇ ਪਿੰਡ ਦੇ? ਉਹ ਲੰਬੜਦਾਰ 2 ਸੀ ਤੇ ਪਿੰਡ ਸੀਗਾ ਮੇਰਾ 28 29 ਘਰਾਂ ਦਾ। ਅੱਛਾ, ਲੰਬੜਦਾਰ 2 ਸੀ। ਅੱਛਾ, ਲੰਬੜਦਾਰ ਦੇ ਨਾਂ ਯਾਦ ਨੇ? ਹਾਂ, ਦੱਸਿਓ। ਇੱਕ ਮੇਰਾ ਗੁਲਾਮ ਰਸੂਲ। ਅੱਛਾ, ਉਹਦਾ ਪਹਿਲੇ ਪਿਓ ਸੀ, ਫਿਰ ਉਹ ਮਰ ਗਿਆ ਤੇ ਉਹਦਾ ਗੁਲਾਮ ਰਸੂਲ ਸੀ। ਉਹ 2 ਭਰਾ ਸੀ। ਸਹੀ। ਸੁਲਤਾਨ ਤੇ ਗੁਲਾਮ ਰਸੂਲ, ਤੇ ਜਿਹੜਾ ਵੱਡਾ ਸੀ ਉਹ ਗੁਲਾਮ ਰਸੂਲ ਸੀ। ਅੱਛਾ, ਉਹਨੂੰ ਨੰਬਰ 1 ਫੱਜਾ ਉਹਨੂੰ ਕਹਿੰਦੇ ਸੀ। ਅੱਛਾ, ਦੂਸਰਾ ਨੰਬਰਦਾਰ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਸੀਂ ਆਲੇ ਦੁਆਲੇ ਸ਼ਹਿਰ ਕੋਈ ਘੁੰਮੇ ਸੀ ਉਸ ਵੇਲੇ? ਸ਼ਹਿਰਾਂ 'ਚ? ਸ਼ਹਿਰਾਂ 'ਚ ਕਾਹਨੂੰ ਆਉਣ ਜਾਣ ਹੁੰਦਾ ਸੀ। ਅੱਛਾ, ਤੇ ਹੋਰ ਸ਼ਹਿਰ ਸਾਡੇ ਤੋਂ ਦੂਰ ਗੁਰਦਾਸਪੁਰ ਸਾਡਾ ਜਿਹੜਾ ਜ਼ਿਲ੍ਹਾ ਸੀ, ਤਹਿਸੀਲ ਵੀ ਗੁਰਦਾਸਪੁਰ। ਅੱਛਾ, ਉਹ 10 ਮੀਲ ਸੀ ਸਾਡੇ ਤੋਂ। ਉੱਥੇ ਅਸੀਂ ਜਿਹਨੇ ਦੇਖਿਆ ਨਹੀਂ ਲਾਹੌਰ, ਉਹ ਦੇਖੇ ਕਲਾਨੌਰ। ਅੱਛਾ, ਕਲਾਨੌਰ ਜਿਹੜਾ ਸੀ ਉਹ ਗੁਰਦਾਸਪੁਰ ਦਾ ਨਾਲ ਸੀ। ਉਹ ਅਕਬਰੀ ਕੀ ਕਹਿੰਦੇ ਹੁੰਦੇ ਦਰਬਾਰ ਉੱਥੇ ਰਿਹਾ ਸੀ। ਹਾਂਜੀ, ਦਰਬਾਰ ਅਕਬਰੀ ਜਿਹੜਾ ਸੀ ਨਾ, ਉਹ ਕਲਾਨੌਰ ਦੇ ਵਿੱਚ ਉੱਥੇ। ਅੱਛਾ, ਹਾਂ, ਇਸ ਤੋਂ ਉਹਨੂੰ ਕਹਿੰਦੇ ਜਿਹਨੇ ਦੇਖਿਆ ਨਹੀਂ ਲਾਹੌਰ, ਉਹ ਦੇਖੇ ਕਲਾਨੌਰ। ਵਾਹ, ਤੁਸੀਂ ਉਹ ਵੇਖਿਆ? ਮੈਂ ਨਹੀਂ ਗਿਆ ਉੱਥੇ। ਅੱਛਾ, ਨਹੀਂ ਗਏ? ਹਾਂ, ਗੁਰਦਾਸਪੁਰ ਦੇ ਵਿੱਚ ਮੈਂ ਗਿਆ ਹੀ ਨਹੀਂ। ਮੇਰਾ ਵੱਡਾ ਭਾਈ ਉੱਥੇ ਪੜ੍ਹਦਾ ਸੀ। ਅੱਛਾ, ਤੁਹਾਡੇ ਭਾਈ ਕਿੰਨੇ ਸੀ? ਅਸੀਂ 4 ਭਾਈ ਸੀ ਉੱਥੇ। ਉਹਨਾਂ ਦੇ ਕੀ ਕੀ ਨਾਂ ਸਨ? ਵੱਡਾ ਸੀ ਜਾਗੀਰਦਾਰ, ਉਹ ਤੋਂ ਛੋਟਾ ਜ਼ਹੂਰ ਅਹਿਮਦ। ਹਾਂਜੀ, ਉਹ ਤੋਂ ਬਸ਼ੀਰ ਅਹਿਮਦ। ਅੱਛਾ, ਉਹ ਤੋਂ ਛੋਟਾ ਮੈਂ ਮਕਸੂਦ ਅਹਿਮਦ। ਸਹੀ ਹੋ ਗਿਆ। ਤੁਹਾਡੇ 2 ਭਾਵਾਂ ਦੀ ਸ਼ਾਦੀ ਉੱਥੇ ਹੋਈ ਸੀ? ਦੋਵਾਂ ਦੀ ਸ਼ਾਦੀ ਨਹੀਂ, ਇੱਕ ਦੀ ਸ਼ਾਦੀ ਹੋਈ ਸੀ, ਉਹਦੇ ਬੱਚੇ ਸੀ। ਉਹ ਕਿਹੜੇ ਪਿੰਡ ਹੋਈ ਸੀ ਉਹਨਾਂ ਦੀ ਸ਼ਾਦੀ? ਰਾਜੋ ਬੇਲਾ, ਜਿਹੜਾ ਮੈਂ ਅੱਗੇ ਦੱਸਿਆ। ਤੁਹਾਡੀ ਹੋਸਟ ਹੀ ਹੋਈ ਹੋਣੀ? ਬਿਲਕੁਲ ਹੋਸਟ। ਤੁਸੀਂ ਗਏ ਸੀ ਜਾਈ ਦੇ ਨਾਲ? ਮੈਂ ਹੈਗਾ ਗਿਆ ਸੀ। ਅੱਛਾ, ਉਦੋਂ ਜੰਜਾਂ ਕੱਚ ਜਾਂਦੀਆਂ ਸੀ? ਪੈਦਲ, ਨੇੜੇ ਨੇੜੇ ਪਿੰਡ ਹੁੰਦੇ ਸੀ। ਅੱਛਾ, ਪੈਦਲ ਜਾਂਦੀਆਂ ਸੀ? ਪੈਦਲ ਹੀ। ਸਹੀ ਹੈ। ਉਹ ਰਾਏ ਕਿਹੜੇ ਹੁੰਦੇ, ਜਿਹੜਾ ਮੁੰਡਾ ਜਾਣਾ ਉਹਨੂੰ ਘੋੜੀ ਤੇ ਬਿਠਾ ਲੈਣਾ। ਅੱਛਾ,
ਸਹੀ ਹੋ ਗਿਆ। ਮਾਲ ਡੰਗਰ ਵਾਹਵਾ ਰੱਖਿਆ ਹੁੰਦਾ ਸੀ? ਹਾਂ, ਮਾਲ ਡੰਗਰ ਤੇ ਡੇਰਿਆਂ ਤੇ ਹੁੰਦਾ ਸੀ ਕਿ ਹਵੇਲੀਆਂ ਬਣਾਈਆਂ? ਹਵੇਲੀਆਂ ਬਣਾਈਆਂ ਪਿੰਡਾਂ ਦੇ, ਸਾਰੇ ਡੇਰੇ ਉੱਥੇ ਕਦੇ ਨਹੀਂ ਸੀ ਕੋਈ। ਅੱਛਾ, ਘਰ ਆਪਣੇ ਪੱਕੇ ਹੁੰਦੇ ਸੀ ਕਿ ਕੱਚੇ? ਸਾਡੇ ਪਿੰਡ ਦੇ ਸਾਰੇ, ਸਾਡੇ ਡੰਗਰਾਂ ਵਾਲੇ ਵੀ ਘਰ ਜਿਹੜੇ ਸੀ ਉਹ ਵੀ ਪੱਕੇ ਸੀ। ਅੱਛਾ, 2 ਬੈਠਕਾਂ ਸੀ ਤੇ ਘਰ ਵੀ ਪੱਕਾ ਤੇ ਮਾਲ ਦਾ ਡੰਗਰ ਢੋਕਾ ਲੱਗਾ ਸੀ, ਜਿਹੜਾ ਹੁੰਦਾ ਮਸ਼ੀਨ ਤੇ। ਹਾਂਜੀ, ਨਲਕਾ ਲੱਗਾ ਸੀ ਉਸ ਵੇਲੇ। ਇਹ ਚੀਜ਼ਾਂ ਜਿਹੜੀਆਂ ਸੀ ਕਿਸੇ ਤਾਂ ਹੁੰਦੀਆਂ ਸੀ। ਅੱਛਾ, ਆਪਣਾ ਘਰ ਦਾ ਨਕਸ਼ਾ ਕੋਈ ਥੋੜਾ ਦੱਸੋ, ਕੀ ਪਤਾ ਤੁਹਾਡੀ ਜਿਹੜੀ ਬੰਦੇ ਵੀਡੀਓ ਵੇਖਣਗੇ ਉਹ ਤੁਹਾਡਾ ਘਰ ਲੱਭ ਲੈਣ। ਹਾਂ, ਇੱਥੇ ਸਮਝ ਲਓ ਸਾਡਾ ਘਰ ਆ। ਇੱਥੋਂ ਨਿਕਲਣਾ ਹੈ ਤੇ ਇੱਕ ਬੈਠਕ ਬਣਾਈ ਸੀ ਸਨ 36 ਜੀ। ਅੱਛਾ, ਉਹਦੇ ਅੱਗੇ ਬੈਠਕ ਦੇ ਅੱਗੇ ਥੜਾ ਸੀ। ਅੱਛਾ, ਉਹਦੇ ਅੱਗੇ ਨਾ ਸੀ ਉਹ ਜਿਹੜਾ ਢੱਗਿਆਂ ਵਾਲਾ ਟੋਕਾ ਹੁੰਦਾ, ਹਾਂਜੀ, ਉਹ ਲੱਗਾ ਸੀ। ਉਹਦੇ ਨਾਲ ਇੱਧਰ ਵੀ ਖੁੱਲੀਆਂ ਤੇ ਇੱਧਰ ਵੀ ਖੁੱਲੀਆਂ। ਫਿਰ ਜਿਹੜਾ 47 ਜਾਂ 44 ਦੇ ਵਿੱਚ ਇੱਕ ਬੈਠਕ ਬਣਾਈ ਇਸ ਸਾਈਡ ਤੇ ਉਹਦੇ ਨਾਲ ਇੰਜ ਨੂੰ। ਅੱਛਾ, 44 ਚ? 44 ਚ, ਹਾਂ 44 ਚ ਸਾਹਮਣੇ ਲਿਖੇ ਸੀ ਉੱਤੇ। ਅੱਛਾ, ਉਹਦੇ ਤੇ ਬੜਾ ਖੁੱਲਾ ਬਣਾਇਆ, ਗਰਮੀ ਹੁੰਦੀ ਸੀ ਤੇ ਉਹਦਾ ਕੰਮ ਨਹੀਂ ਸੀ ਹੁੰਦਾ। ਸਹੀ ਸਹੀ। ਉਹਦੇ ਤੇ ਇਸ ਇੱਕ ਕੌਲਾ ਵੱਡਾ ਬਣਾ ਕੇ, ਅੱਛਾ, ਤੇ 14 ਹੱਥ ਇੰਜ ਨੂੰ ਤੇ 16 ਹੱਥ ਇੱਧਰ ਨੂੰ। ਵਾਹ ਜੀ। ਉਹਨਾਂ ਦੇ ਗਾਰਡਨ ਨਹੀਂ ਬਲਕਿ ਆਪਣੀਆਂ ਸ਼ਤੀਰਾਂ ਜਾਮਨੂ ਦੇ 2-3 ਕੱਢ ਕੇ ਬੜੇ ਵੱਡੇ ਬਾਗ ਤੇ ਹਟਾ ਕੇ ਲਿਆ। ਤੁਸੀਂ ਬਾਗ ਵੀ ਲਾਏ ਸੀ? ਲੱਗਾ ਸਾਡੇ ਵੱਡਿਆਂ ਦਾ ਕਿਤੇ। ਅੱਛਾ, ਪੁਰਾਣਾ ਬਾਗ ਸੀ 8 ਕਿੱਲਿਆਂ ਸਾਡੇ ਘਰ ਤੋਂ ਸਾਹਮਣਾ। 2.5-3 ਕਿੱਲੇ। ਅੱਛਾ, ਸਿੱਧਾ ਅੰਬਾਂ ਦਾ ਦੇ ਵਿੱਚ ਜਾਮਨੂ। ਵਾਹ ਜੀ ਵਾਹ। ਅੱਛਾ, ਤੇ ਉੱਥੇ ਕੋਈ ਪੁਰਾਣਾ ਦਰਖਤ ਵੀ ਆਇਆ ਸੀ ਹਵੇਲੀ ਡੇਰੇ ਦੇ ਘਰ ਦੇ ਕੋਲ? ਟਾਹਲੀ ਸੀ ਪੁਰਾਣੀ। ਅੱਛਾ, ਪੁਰਾਣੀ ਟਾਹਲੀ ਸੀ। ਹਾਂਜੀ, ਸਾਡੇ ਉਸ ਬੈਠਕ ਇੱਧਰ ਦਾ, ਉਹਦਾ ਇੱਧਰ ਮੂੰਹ ਸੀ। ਜਿਹੜੀ ਇੱਧਰ ਸੀ ਉਹਦਾ ਇੱਧਰ ਨੂੰ ਮੂੰਹ ਸੀ। ਵਾਹ ਜੀ ਵਾਹ। ਇੱਥੇ ਅੱਗੇ ਖੁਰਲੀਆਂ ਸੀਗੀਆਂ, ਇੱਧਰ ਢੱਗਿਆਂ ਦੀ, ਇੱਧਰ ਮੱਝਾਂ ਦੀ। ਸਹੀ 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 ਸਹੀ। ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਮੇਲਾ ਉਹ ਖਤਮ ਵਾਲਾ ਹੁੰਦਾ ਸੀ। ਇੱਕ ਦਰਬਾਰ ਸੀ ਕੱਚਾ ਹੀ। ਅੱਛਾ, ਉਹਨੂੰ ਬਾਬਾ ਕਾਲੀ ਸ਼ਾਹ ਕਹਿੰਦੇ ਹੁੰਦੇ ਸੀ। ਅੱਛਾ, ਸੁਣਦੇ ਨੇ ਸਾਡੇ ਤੋਂ ਪੁਰਾਣਾ। ਅੱਛਾ, ਦੁਆ ਹੁੰਦੀ ਸੀ ਉੱਥੇ? ਹਾਂ, ਲੰਗਰ ਚੱਲਦਾ ਸੀ? ਹਾਂ, ਬਸ ਲੰਗਰ ਦਾ ਏਦਾਂ ਮਸਲਾ ਸੀ, ਉਹ ਕਰਾਉਂਦੇ ਹੁੰਦੇ ਸੀ ਖਤਮ ਕਿਤੇ ਸਾਲ ਬਾਅਦ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਰੋਟੀਆਂ ਰਾਟੀਆਂ ਪਕਾ ਕੇ ਚੌਲ ਪਕਾਉਣੇ ਤੇ ਬਣਾਉਣੇ। ਅੱਛਾ, ਹੁਣ ਇਹ ਦੱਸੋ ਜਦੋਂ 47 ਦੀ ਪਾਰਟੀਸ਼ਨ ਹੋਈ ਹੈ, ਹਾਂਜੀ, ਉਸ ਵੇਲੇ ਕਿਸ ਤਰ੍ਹਾਂ ਤੁਸੀਂ ਲੋਕ ਆਪਣਾ ਪਿੰਡ ਛੱਡਿਆ, ਕਿਸ ਤਰ੍ਹਾਂ ਇੱਧਰ ਆਏ, ਕਿਸ ਤਰ੍ਹਾਂ ਪਤਾ ਲੱਗਿਆ ਸੀ ਬਜ਼ੁਰਗਾਂ ਨੂੰ ਕਿ ਪਾਕਿਸਤਾਨ ਇੱਧਰ ਬਣ ਗਿਆ? ਪਹਿਲੇ ਤੇ ਅਸੀਂ ਸਾਡੇ ਕੋਲ ਜਦੋਂ ਆਉਂਦੀਆਂ ਸੀ ਨਾ ਬੱਸਾਂ, ਹਾਂਜੀ, ਸਾਡੀਆਂ, ਉਹਦੇ ਵਿੱਚ ਅਸੀਂ ਜਾ ਕੇ ਸਕੂਲੋਂ ਬਹਿ ਜਾਣਾ ਨਾ, ਐਡਵਰਟਾਈਜ਼ਮੈਂਟ ਕਰਦੇ। ਅੱਛਾ, ਉਹ ਇੱਕ ਪੰਫਲੇਟ ਹੁੰਦਾ ਸੀ ਇਹਨਾਂ ਕੋਲ, ਪਰਚੀ ਲੀਗ ਨੂੰ ਦੇਈ ਓ ਯਾਰ, ਪਰਚੀ ਲੀਗ ਨੂੰ ਦੇਈ ਓ ਯਾਰ। ਅੱਛਾ, ਉੱਤੇ ਲਿਖਿਆ ਹੁੰਦਾ ਸੀ? ਮੈਂ ਤੁਹਾਨੂੰ ਹਾਂ, ਪਰਚੀ ਲੀਗ ਨੂੰ ਦੇਈ ਓ ਯਾਰ, ਪਰਚੀ ਲੀਗ ਨੂੰ ਦੇਈ, ਭਾਵੇਂ ਥਾਣੇਦਾਰ ਡਰਾਵੇ, ਅੱਖਾਂ ਕੱਢੇ ਤੇ ਧਮਕਾਵੇ, ਉਹਨੂੰ ਆਖੀ ਚੱਲ ਚੱਲੇ ਤੇ ਤੋਂ ਡਰੀਏ ਕਿਹੜੀ ਗੱਲੇ, ਤੂੰ ਏ ਸਾਡਾ ਚੌਕੀਦਾਰ, ਪਰਚੀ ਲੀਗ ਨੂੰ ਦੇਈ ਯਾਰ, ਪਰਚੀ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ, ਉਹ ਤੋਂ ਬਾਅਦ ਹੁਣ ਕਿਹੜੀ ਗੱਲ ਪੁੱਛੀ ਸੀ ਕਿ ਕਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗਿਆ ਸੀ ਤੁਹਾਨੂੰ? ਅਸੀਂ ਤੇ ਉਹ ਜੱਥੇ ਪੈਂਦੇ ਸੀ। ਜੱਥੇ ਪੈਂਦੇ ਸੀ? ਹਾਂ, ਜਿਹੜੇ ਸਿੱਖ ਸੀ ਨਾ, ਸਿੱਖ ਭੂਤੇ ਸੀ। ਅੱਛਾ, ਤੇ ਇਹ ਜੱਥੇ ਬਣ ਕੇ ਪਿੰਡ ਇੱਕ ਨੂੰ ਪੈ ਜਾਣਾ। ਅੱਛਾ, ਉੱਥੇ ਬੰਦਿਆਂ ਨੇ ਉਹ ਤਵੇ ਤੂਵੇ ਬਣਾਇਆ ਏਦਾਂ ਰੱਖੇ ਤੇ ਉਹਨਾਂ ਨੇ ਬਰਸ਼ੀਆਂ, ਸਾਨੂੰ ਉੱਥੇ ਤਲਵਾਰਾਂ ਜਿਹੜੀਆਂ ਸੀ ਨਾ ਉਹ ਸੀ ਲੱਗਦੀ, ਇਹਨਾਂ ਦੇ ਕਿਰਪਾਨ ਹੁੰਦੇ ਨਾ ਤੇ ਅਲਾਊ ਨਹੀਂ ਸੀ ਨਾ ਅਸਲਾ, ਉਹ ਡਾਟ ਬਣਵਾਉਣੇ ਸਿੱਖਾਂ ਤੋਂ ਪਹਿਲੇ। ਅੱਛਾ, ਸਾਡੇ ਜਿਹੜੇ ਸੀ ਨਾ ਪਿੰਡ ਦੇ ਵਿੱਚ ਮਿਸਤਰੀ ਲੋਹਾਰ, ਹਾਂ, ਉਹ ਦੋਵੇਂ ਹਿੰਦੂ ਸੀ, 2 ਭਰਾ ਸੀ। ਅੱਛਾ, ਨਾਲ ਬਾਜ਼ਾਰ ਪਿੰਡ ਸੀ, ਉੱਥੋਂ ਕੰਮ ਕਰਦੇ ਸੀ। ਅੱਛਾ, ਸਾਡਾ ਉਹਨਾਂ ਨਾਲ ਬੜਾ ਸੀ, ਉਹਨਾਂ ਨੇ ਡਾਟ ਐਡੇ ਲੰਬੇ ਬਣਾ ਕੇ ਇੰਨੀ ਚੁੰਝ ਅੱਗੇ ਕਰਕੇ ਉਹ ਦਿੱਤੇ ਅਸੀਂ ਲੱਗਣ ਵਾਸਤੇ ਤੁਹਾਨੂੰ। ਅਸੀਂ ਤੇ ਕੀ ਵੱਡੇ ਭਾਈ ਸਾਡੇ ਵਾਲਦ ਸਾਹਿਬ, ਉਹਨਾਂ ਦਾ ਕੋਈ ਨਾਂ ਯਾਦ ਹੈ ਲੋਹਾਰਾਂ ਦਾ? ਹਾਂ, ਜਾਗਰ ਸਿੰਘ ਤੇ ਫਕੀਰ ਸਿੰਘ। ਅੱਛਾ, ਫਕੀਰ ਸਿੰਘ। ਹਾਂ, ਵਾਹ ਜੀ ਵਾਹ। ਇੱਕ ਉਹਨਾਂ ਦਾ ਭਾਂਜਾ ਸੀ ਪ੍ਰਕਾਸ਼। ਅੱਛਾ, ਤੁਹਾਡੇ ਪਿੰਡ ਆ ਕੇ ਕੰਮ ਕਰਦੇ ਸਾਰਾ ਲਵਾਰਾ? ਹਾਂ, ਤਖੀਆ ਸੀਗਾ, ਉਹ ਤਖੀਆ ਜਿਹੜਾ ਉਹਦੇ ਚ ਇੱਧਰ ਇੱਕ ਬੋਰਡ ਸੀ, ਇੱਥੇ ਪੇਪਰ ਸੀ, ਇੱਕ ਇੱਧਰ ਬੋਰਡ ਸੀ ਵੱਡਾ, ਸਾਰੇ ਬੜੇ ਬੜੇ ਪੁਰਾਣੇ ਦਰਖਤ। ਤਖੀਆ ਪਿੰਡ ਦੇ ਵਿਚਕਾਰ ਸੀ? ਹਾਂ, ਉੱਥੇ ਮਸਜਿਦ ਸੀ।
ਅੱਛਾ, ਉਹ ਮਸਜਿਦ ਦੇ ਨਾਲ ਇੱਧਰ ਉਹਨਾਂ ਨੇ ਰੱਖੀ ਸੀ, ਆਲ ਨਿਸ਼ਾਨੇ ਬਣਾਈ। ਵਾਹ ਜੀ ਵਾਹ। ਅੱਛਾ, ਉਹਨਾਂ ਨੇ ਤੁਹਾਨੂੰ ਹਥਿਆਰ ਬਣਾ ਕੇ ਦਿੱਤੇ? ਹਾਂ, ਕਹਿੰਦੇ ਸੀ ਉਹ ਸ਼ੁਗਰ ਨਾ, ਉਹ ਸਾਡੇ ਇਸ ਤਰ੍ਹਾਂ ਵੀ ਇੱਜ਼ਤ ਸਾਡੇ ਵਾਲ ਦੀ ਇਸ ਤਰ੍ਹਾਂ ਸੀ ਵੀ ਬਹੁਤ ਜ਼ਿਆਦਾ। ਤੇ ਉਹਨਾਂ ਨੇ ਉਹ ਕਹਿਣਾ ਹਾਸੇ ਹਾਸੇ ਨਾਲ ਹੀ ਲੈ ਜੀ ਤੁਹਾਨੂੰ ਆ ਬਣਾ ਤੇ ਸਾਡੇ ਤੇ ਭਾਵੇਂ ਵਰਤ। ਉਦੋਂ ਹਰ ਬੰਦੇ ਨੂੰ ਆਪਣਾ ਹੁੰਦਾ ਸੀ। ਅੱਛਾ, ਫਿਰ ਜਦੋਂ ਜੱਥੇ ਪੈਂਦੇ ਸੀ ਤੁਹਾਡੇ ਪਿੰਡ ਚ? ਹਾਂ, ਸਾਡੇ ਪਿੰਡ ਨਹੀਂ ਪਿਆ। ਪਹਿਲੇ ਇੱਕ ਬਸਤੀ ਵਾਲੇ ਹੁਸ਼ਿਆਰਪੁਰ ਪਿੰਡ ਸੀ ਬੜਾ ਵੱਡਾ, ਹਾਂਜੀ, ਉੱਥੇ ਜੱਥਾ ਪਿਆ ਸੀ। ਅੱਛਾ, ਲੋਕ ਗੁੱਜਰ ਜਿਹੜੇ ਸਾਰੇ ਲੋਕ ਭੱਜੇ ਸੀ ਤੇ ਉਧਰ ਗਏ। ਸਾਡਾ ਵੱਡਾ ਭਾਈ ਸੀ, ਬਾਕੀ ਅਸੀਂ ਛੋਟੇ ਸੀ। ਉਹਨੇ ਉਹ ਤਵਾ ਬੱਧਾ ਸੀ, ਉਹ ਵੀ ਗਿਆ ਉੱਥੇ। ਉਹਨਾਂ ਦੀਆਂ ਬੀਬੀਆਂ ਜਿਹੜੀਆਂ ਸੀ ਉਸ ਪਿੰਡ ਦੀਆਂ, ਉਹਨਾਂ ਨੇ ਜਿਹੜੇ ਬੰਦੇ ਜਾਂਦੇ ਸੀ ਨਾ, ਉਹਨਾਂ ਕੜਾਹ ਦੌਰ ਬਾਹਰ ਰੱਖਿਆ ਸੀ, ਉਹਨਾਂ ਦੇ ਵਿੱਚ ਉਹਨਾਂ ਨੇ ਦੁੱਧ ਪਾਇਆ ਸੀ। ਤੇ ਜਦੋਂ ਬੰਦੇ ਜਾਂਦੇ ਸੀ ਕਹਿੰਦੇ ਪੀ ਲਓ, ਦੁੱਧ ਪੀ ਕੇ ਇੱਥੇ ਜਾਓ। ਦੁੱਧ ਪੀ, ਬੁੱਢੀਆਂ ਜਿਹੜੀਆਂ ਸੀ, ਉਹ ਫਿਰ ਜਥਾ ਜਿਹੜਾ ਸੀ ਉਹ ਅੱਲਾਹ ਤਾਲਾ ਨੇ ਕੀਤਾ ਚੰਗਾ ਜਥਾ, ਉਹਨਾਂ ਨੂੰ ਭਜਾਇਆ ਸਿੱਖਾਂ ਨੂੰ। ਅੱਛਾ, ਉਹ ਤੋਂ ਬਾਅਦ ਫਿਰ ਚਲੋ ਚਲੀ ਬਹੁਤਾ ਹੀ ਕੰਮ ਚੱਲ ਪਿਆ। ਉਸ ਤੋਂ ਬਾਅਦ ਫਿਰ ਸਾਨੂੰ ਪਤਾ ਜਦੋਂ ਲੱਗ ਗਿਆ, ਅਸਲ ਦੇ ਵਿੱਚ ਪਹਿਲੇ ਸਾਡੇ ਜਿਹੜੇ 3 ਜ਼ਿਲ੍ਹੇ ਸੀ ਨਾ, ਹਾਂਜੀ, ਇਹ ਹੈਗੇ ਸੀ ਪਾਕਿਸਤਾਨ ਚ, ਅੰਮ੍ਰਿਤਸਰ, ਗੁਰਦਾਸਪੁਰ ਤੇ ਫਿਰੋਜ਼ਪੁਰ। ਇਹ 3 ਜ਼ਿਲ੍ਹੇ ਲਾਰਡ ਮਾਊਂਟਬੈਟਨ ਕੁੜੀ ਹਵੇ ਨੇ ਕੱਢ ਦਿੱਤੇ ਸੀ, ਜਿਹਦੇ ਨਾਲ ਸਾਡੀ ਬਾਉਂਡਰੀ ਜਿਹੜੀ ਮੁਲਕ ਦੀ ਹੈ ਨਾ, ਉਹ ਹਜ਼ਾਰਾਂ ਮੀਲ ਵੱਧ ਗਈ। ਅੱਛਾ, ਅਗਰ ਇਹ 3 ਜ਼ਿਲ੍ਹੇ ਇੱਧਰ ਰਹਿੰਦੇ ਸਾਡੀ ਬਾਉਂਡਰੀ ਬਹੁਤ ਘੱਟ ਰਹਿਣੀ ਸੀ। ਅੱਛਾ, ਅੱਗੇ ਉੱਥੋਂ ਫਿਰ ਮੁੜ ਕੇ ਜਦੋਂ ਤੁਰੇ ਨਾ ਅਸੀਂ ਆਪਣੇ ਜਿਹੜੇ ਘਰੋਂ ਤੁਰੇ ਆ, ਹਾਂਜੀ, ਉਹ ਸਿੱਖ ਜਿਹੜੇ ਸੀ, ਇੱਕ ਪਿੰਡ ਇੱਕ ਜਿਹੜਾ ਸੀ, ਉਹ ਸਾਰੇ ਆਏ ਤੇ ਅੱਬੇ ਉਹਨਾਂ ਨੂੰ ਸ਼ਾਮ ਪੈ ਗਈ ਸੀ। ਮਾਲ ਡੰਗਰ ਦੇ ਰੱਸੇ ਵੱਢ ਦਿੱਤੇ। ਅੱਛਾ, ਤੇ ਕਹਿੰਦੇ ਇੱਕ ਅਸੀਂ ਸਾਡਾ ਪਿੰਡ ਮੋਨਨ ਕਲਾਂ ਸੀ, ਉੱਥੇ ਚਲੇ ਰਾਤ ਉੱਥੇ ਕੱਢਦੇ। ਜਾਗਵਾਲ ਸਾਡੇ ਰਿਸ਼ਤੇਦਾਰ ਵੀ ਸੀ, ਉਹ ਸਾਰਾ ਪਿੰਡ ਉੱਠਿਆ, ਉੱਥੇ ਗਏ ਤੇ ਉਹ ਜਾਗਵਾਲ ਪਿੰਡ ਜਿਹੜਾ ਉਹ ਵੀ ਉਜੜ ਗਿਆ ਸੀ। ਅੱਛਾ, ਉਜੜ ਗਿਆ ਸੀ ਤੁਹਾਡੇ ਜਾਂਦੇ? ਉਜੜ ਗਿਆ ਸੀ। ਉੱਥੋਂ ਚੱਲੇ ਹੁਣ ਘਰ ਨੂੰ ਨਹੀਂ ਮੁੜੇ, ਜੰਦਰੇ ਮਾਰ ਮੁਰ ਕੇ ਗਏ ਵੀ ਰਾਤ ਕੱਟਣ ਤੇ ਗਏ। ਅੱਛਾ, ਜੰਦਰੇ ਮਾਰ ਗਏ, ਸਮਾਨ ਕੋਈ ਨਹੀਂ ਚੱਕਿਆ? ਨਾ, ਕੁਛ ਵੀ ਨਾ, ਚਲੇ ਗਏ ਜੋ ਜਲਬਨ ਜੁਬਨ ਜਿਹੜਾ ਮਾਰ ਹੋਈ ਬਸ। ਅੱਗੇ ਗਏ ਤੇ ਚਲੋ ਜੀ ਹੁਣ ਜਾਗੋਵਾਲ ਤੋਂ ਅੱਗੇ ਪਸਵਾਲ ਪਿੰਡ ਸੀ। ਅੱਛਾ, ਉਹ ਰਿਸ਼ਤੇਦਾਰ ਉੱਥੇ ਵੀ ਸਾਡੇ ਸੀ, ਤੇ ਸਾਰਾ ਉਹ ਪਿੰਡ ਉਸੇ ਦਿਨ ਤੁਰੇ ਜਾਏ ਤੇ ਉੱਥੇ ਚਲੇ ਗਏ। ਜਾਂ ਉਹ ਪਸਵਾਲ ਹੀ ਗਏ ਤੇ ਅੱਗੇ ਉੱਥੇ ਵੀ ਉਹ ਵੀ ਕੋਈ ਨਾ ਉਜੜ ਗਏ। ਅੱਛਾ, ਅੱਗੇ ਦੂਸਰੀ ਜ਼ੈਲ ਮੀਲਵਾ ਪਿੰਡ। ਅੱਛਾ, ਉਹ ਜ਼ੈਲਦਾਰ ਦੂਸਰਾ ਸੀ, ਸਾਡਾ ਗੁਰਾਮਦਾਰ ਸੀ ਜ਼ੈਲਦਾਰ ਸੀ, ਸਾਡੀ ਜ਼ੈਲਦਾਰ। ਅੱਛਾ, ਉੱਥੇ ਗਏ ਆ, ਉੱਥੇ ਰਾਤ ਵਾਹਵਾ ਦੇਰ ਹੋ ਗਈ, ਰਾਤ ਉੱਥੇ ਰਹੇ ਆ। ਦਿਨ ਚੜ੍ਹਦੇ ਨੂੰ ਉੱਥੇ ਇਸ ਸਮੇਂ ਦਰਿਆ ਸੀ, ਤੇ ਇਹ ਤੁਸੀਂ ਇਸ ਹਿਸਾਬ ਲਾ ਲਓ ਵੀ ਕਮ ਅਜ਼ ਕਮ ਪੌਣਾ ਮੀਲ ਤੋਂ ਜਿਹੜਾ ਸੀ ਨਾ ਇਸ ਦਰਿਆ ਦੀ ਇਸ ਗੁੱਟ ਤੋਂ ਟੁਰ ਪਏ ਸਿੱਖ। ਇਸ ਤਰ੍ਹਾਂ ਉਹਨੇ ਦਾਇਰਾ ਬੱਧਾ ਸੀ ਦੂਸਰੀ ਸਾਈਡ ਤੇ। ਅੱਛਾ, 8-10 ਪਿੰਡ ਉੱਥੇ ਇਕੱਠੇ ਹੋਏ ਸੀ। ਉਹ ਇੰਨੀ ਕੁ ਸਖਵੈਰ ਇਕੱਠੀ ਹੋਈ ਸੀ, ਦਿਨ ਚੜ੍ਹਦੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ। ਅੱਛਾ, ਉਹਨਾਂ ਫਾਇਰਿੰਗ ਕਰ ਦਿੱਤੀ? ਫਾਇਰਿੰਗ ਸ਼ੁਰੂ ਕਰਤੀ। ਉਹਨਾਂ ਦੇ ਕੋਲ ਸੀਗੀਆਂ ਵੱਡੀਆਂ ਗੰਨਾਂ ਜਿਹੜੀਆਂ ਸ੍ਰੀ ਨਾਟ ਸ੍ਰੀ ਦੀਆਂ, ਉਹ ਗੱਲਾਂ ਜਿਹੜੀਆਂ ਸੀ ਉਹ ਉਹਨਾਂ ਨੇ ਸ਼ੁਰੂ। ਮੈਂ ਵੀ ਕੋਠੇ ਤੋਂ ਬਾਅਦ ਵੀ ਤੁਰ ਚੜਿਆ ਤੇ ਸਾਡਾ ਉੱਥੋਂ ਉਹ ਛੱਤ ਤੇ ਖੜਾ। ਅੱਛਾ, ਤੇ ਉਹ ਮੇਰੀ ਕੌਮੇ ਓਏ ਬਹਿ ਜਾਓ, ਓਏ ਬਹਿ ਜਾਓ ਓਏ ਨਾ। ਪਹਿਲੇ ਤਾਂ ਕਹਿੰਦੇ ਨਾ ਪਟਾਕੇ ਆ ਪਟਾਕੇ। ਅੱਛਾ, ਮੈਂ ਕੋਠੇ ਤੇ ਮੇਰੇ ਇੱਥੇ ਆ ਗੋਲੀ ਲੱਗ ਗਈ ਸ੍ਰੀ ਨਾਟ ਸ੍ਰੀ ਦੀ। ਹਾਂਜੀ। ਅੱਛਾ, ਉਹ ਸਾਰਾ ਛੱਪਣ ਲੱਗ ਗਿਆ ਉੱਤੇ ਕੋਠੇ ਦੇ। ਉੱਥੋਂ ਮੈਂ ਉਤਰਿਆ, ਉਹਦੇ ਰੌਲੀ ਪਾਈ ਉਹਨੇ, ਓਏ ਲੰਮੇ ਪੈ ਜਾਓ, ਲੰਮੇ ਪੈ ਜਾਓ, ਲੰਮੇ ਪੈ ਜਾਓ। ਜਿਹੜੇ ਬੰਦੇ ਭੱਜੇ ਜਾਂਦੇ ਸੀ ਨਾ ਉਹਨਾਂ ਨੂੰ ਮੈਂ ਤੇ ਫਿਰ ਉੱਥੋਂ ਉਤਰਿਆ ਤੇ ਸਾਡੀ ਆਵਾਜ਼ ਦਾ ਸੀ, ਉਹਨੇ ਦੁਪੱਟਾ ਪਾੜਿਆ ਸੀ। ਵੱਡਾ ਭਾਈ ਜਿਹੜਾ ਸੀ ਨਾ, ਉਹਨੇ ਇੱਥੇ ਕਰਕੇ ਗੋਲੀ ਰਹਿ ਗਈ ਵਿੱਚ ਹੀ। ਅੱਛਾ, ਇਸ ਸਾਈਡ ਨੂੰ ਉਹ ਉੱਚੋਂ ਐਸੇ ਕਰ ਕਰਕੇ ਗੋਲੀ ਤੇ ਕੱਢ ਲਈ। ਕੱਪੜਾ ਸਾਡੇ ਆਵਾਜ਼ ਦਾ ਅੱਧਾ ਪਾੜ ਕੇ ਉਹ ਬੰਦ ਘੁੱਟ ਕੇ ਬੰਨ ਦਿੱਤਾ। ਅੱਛਾ, ਇਸੇ ਤਰ੍ਹਾਂ ਰਾਤ ਜਿਹੜੀ ਨਿਕਲੀ, ਉਹ ਲੋਕ ਜਿਹੜੇ ਸਾਰਾ ਦਿਨ ਰਾਤ ਪਤਾ ਸੀ ਵੀ ਹੁਣ ਸਾਡਾ ਵਕਤ ਜਿਹੜਾ ਉਹ ਖਤਮ ਹੋ ਗਿਆ ਹੈ। ਇੰਨੀ ਸਖਵੈੜ ਸੀ। ਕੁਦਰਤ ਤੱਲਾ ਦੀ ਜਿਹਨੇ ਬਚਾਉਣਾ ਸੀ। ਇੱਕ ਗੱਡੀ ਆਈ ਫੌਜ ਦੀ, ਉਹਦਾ ਜਿਹੜਾ ਸੀ ਨਾ ਅਫਸਰ ਉਹਦਾ, ਉਹ ਇਹ ਜਾਂਦੇ ਸੀ ਫੌਜ ਦਾ, ਇਹਨਾਂ ਨੂੰ ਰਸਤਾ ਮਿਲਦਾ ਸੀ ਵੀ ਇੱਥੇ ਤੁਸੀਂ ਜਾਣਾ। ਅੱਛਾ,
ਸਾਡੇ ਪਿੰਡ ਦਾ ਉਸ ਨੀਲਮਾ ਪਿੰਡ ਸੀ ਜਿੱਥੇ ਜੱਥਾ ਵੱਡਾ ਪਿਆ ਸੀ, ਉਹਦਾ ਕੋਈ ਉਹਨਾਂ ਦੇ ਕੋਲ ਨਹੀਂ ਸੀ। ਉਹ ਜਿਹੜਾ ਸੀ ਮੁਸਲਮਾਨ ਇੱਕ, ਤੇ ਬਾਕੀ ਮਰਾਠੇ ਤੇ ਡੋਗਰੇ ਵੱਡੀ ਗੱਡੀ ਜਿਹੜੀ ਸੀ ਉਹਦੇ 'ਚ ਬੈਠੇ ਆ। ਅੱਛਾ। ਉਹ ਜਿਹੜਾ ਮੁਸਲਮਾਨ ਸੀ ਉਹ ਕਿਸੇ ਅੱਲਾ ਦਾ ਨੇਕ ਬੰਦਾ, ਉਹਨੇ ਬਗੈਰ ਆਪਣੇ ਯਾਨੀ ਜਿਹੜਾ ਉਹਦਾ ਰਾਸਤਾ ਉਹਦੇ ਬਗੈਰ ਉੱਥੇ ਗੱਡੀ ਖੜੀ ਕਰਕੇ ਤੇ ਉਹਨੇ ਸਿੱਖ ਮਾਰੇ, ਉੱਥੇ ਸਿੱਖ ਮਾਰੇ। ਉਹਦੀ ਜ਼ਬਾਨੀ ਜਦੋਂ ਉਹਨਾਂ ਨੂੰ ਸਿਆਇਆ ਨਾ ਤੇ ਬੰਦੇ ਭੱਜ ਕੇ ਗਏ। ਉਹ ਦੇਖੇ ਤੇ ਮਰਾਠੇ ਤੇ ਡੋਗਰੇ ਸਾਰੇ ਭੈਣ ਚੋਦ ਸਗੇ। ਅੱਛਾ। ਉਹ ਉਹਨਾਂ ਨੂੰ ਦੇਖ ਕੇ ਪਿਛਾਂ ਹਟੇ। ਉਹਨੇ ਕਹਿੰਦਾ ਮੈਂ ਮੁਸਲਮਾਨ ਹਾਂ ਤੇ ਇਹਨਾਂ ਦਾ ਅਫਸਰ ਹਾਂ। 60-70 ਆਦਮੀ ਮੈਂ ਮਾਰ ਕੇ ਆਇਆ। ਲੱਖਾਂ ਆਦਮੀ ਸੀਗੇ ਉਹ, ਤੇ ਉਹ ਮੁੰਤਸ਼ਿਰ ਹੋ ਗਏ। ਹੁਣ ਮੇਰੇ ਵਾਪਸ ਦੀ ਅਗਲੀ ਗੱਲ ਨਹੀਂ, ਮੈਂ ਹੁਣ ਜਾਣਾ ਆਪਣੇ ਰੂਟ ਜਿੱਥੇ ਜਾਣਾ, ਉੱਥੋਂ ਵਾਪਸ ਗੁਰਦਾਸਪੁਰ ਜਾ ਕੇ ਤੇ ਫਿਰ ਤੁਹਾਡਾ ਇੰਤਜ਼ਾਮ ਹੋ ਸਕੇਗਾ। ਅੱਛਾ। ਸੋਹਣੇ ਬੰਦੇ ਕੁਝ ਨਿਕਲੇ, ਕੁਝ ਉੱਥੇ ਰਹੇ, ਕੁਝ ਸਾਡੇ ਵਾਲਦ ਸਾਹਿਬ ਜਿਹੜੇ ਸੀ ਨਾ, ਉਹਨਾਂ ਦਾ ਬੜਾ ਅਸਰ ਰਸੂਖ ਸੀ। ਉਹਨਾਂ ਨਾਲ ਕਾਫਲਾ ਫਿਰ ਤੁਰ ਪਿਆ 250-300 ਆਦਮੀ। ਜਦੋਂ ਉੱਥੇ ਹਮਲਾ ਹੋਇਆ, ਹਾਂਜੀ, ਕਿੰਨਾ ਕੁ ਜੀ ਮਰਿਆ ਹੋਣਾ ਤੁਹਾਡੇ ਪਿੰਡ ਦੇ ਵਿੱਚ ਉਸ 'ਚ? ਇੱਕ ਮੇਰੇ ਗੋਲੀ ਲੱਗੀ ਸੀ, ਇੱਕ ਬੰਦਾ ਇੱਥੋਂ ਮੁਖਤਾਰ ਸੀ, ਉਹਨਾਂ ਦਾ ਪਿੰਡ ਇੱਧਰ ਸੀਗਾ ਸੈਦੋਵਾਲ ਦਾ, ਉਹਦੇ ਇੱਥੇ ਇਲਾਕੇ ਇੱਧਰ ਲੰਘ ਗਈ ਸੀ। ਅੱਛਾ। ਉਹ ਫੋਟ ਹੋ ਗਿਆ? ਨਹੀਂ, ਉਹ ਡਿੱਗ ਪਿਆ, ਸਾਹਮਣੇ ਦਿਸਦਾ ਸੀ ਉੱਥੇ ਹੀ। ਉਹ ਪਹਿਲੇ ਉਦੋਂ ਹੀ ਦਿਸਦਾ ਸੀ ਨਾ। ਅੱਛਾ। ਥੱਲੇ ਹੀ ਘਰ ਹੈਗਾ ਸੀ ਪਿੰਡ ਦੇ ਨਾਲ ਹੀ। ਉਹ ਡਿੱਗਾ ਸੀ ਤੇ ਬੰਦਿਆਂ ਪੱਕਾ ਚੱਕਾ ਉਹਨਾਂ ਜਦ ਉਹ ਜਿਹੜੀ ਗੱਡੀ ਉਹ ਆ ਕੇ ਉਹਨੂੰ ਲੈ ਗਈ ਗੁਰਦਾਸਪੁਰ ਇਸੇ ਤਰ੍ਹਾਂ ਹੀ। ਅੱਛਾ। ਉਹ ਬਾਅਦ ਦੱਸਦੇ ਸੀ ਹਸਪਤਾਲ 'ਚ ਉੱਥੇ ਜਾ ਕੇ ਫੌਤ ਹੋਇਆ ਸੀ। ਅੱਛਾ, ਉੱਥੇ ਜਾ ਕੇ ਫੌਤ ਹੋਇਆ? ਹਾਂ, ਅੱਲਾ ਦੇ ਕੁਦਰਤ। ਬਾਕੀ ਲੋਕ ਬਚ ਗਏ ਸੀ? ਬਾਕੀ ਇੱਕ ਦੇਖੋ ਨਾ, ਇੰਨੀ ਗੋਲੀ ਚੱਲੇ, ਇੱਕ ਮੇਰੇ ਲੱਗੀ ਤੇ ਇੱਕ ਉਹਦੇ। ਅੱਛਾ। ਹੋਰ ਕੋਈ ਨਹੀਂ ਨੁਕਸਾਨ, ਅੱਲਾ ਦੀ ਕਰਮ ਨਵਾਜ਼ੀ ਸੀ। ਪੂਰੇ ਪਿੰਡ ਦੇ ਉੱਤੇ ਹਮਲਾ ਕਰਨ ਆਏ ਤੇ ਇੱਕ ਸਿਰਫ ਤੁਹਾਡੇ ਲੱਗੀ, ਇੱਕ ਉਹਨਾਂ ਦੇ ਲੱਗੀ। ਹਾਂ। ਉੱਥੋਂ ਅਸੀਂ ਫਿਰ ਸਾਡੇ ਵਾਦ ਸਾਹਿਬ ਜਿਹੜੇ ਨੇ, ਉਹ 200-300 ਆਦਮੀ ਤੇ ਬੁੱਢੀਆਂ ਲੈ ਕੇ ਤੁਰ ਪਏ। ਦਰਿਆ ਦੇ ਕੰਢੇ ਉਹਨੇ ਤੁਰ ਪਏ। ਅੱਛਾ। ਦਰਿਆ ਦੇ ਕੰਢੇ ਨਾ ਉਹਨਾਂ ਤੇ ਬੰਦਿਆਂ ਮੁੰਡਿਆਂ ਨੂੰ 15-20 ਨੂੰ ਕਿਹਾ ਵੀ ਤੁਸੀਂ ਹੁਸ਼ਿਆਰ ਦੇ ਕੋਲ ਹੈਗੇ ਸੀ, ਜੇ ਕੋ ਆਪਣੀਆਂ ਬੀਬੀਆਂ ਜਿਹੜੀਆਂ ਨਾ ਉਹਨਾਂ ਨੂੰ ਆਪ ਤੁਸੀਂ ਮਾਰਨਾ। ਅੱਛਾ। ਹਾਂ, ਜੇ ਹਮਲਾ ਹੋ ਗਿਆ ਤੇ ਉਹ ਤੁਰੇ ਗਏ। ਉਹ ਹੁਣ ਮੈਂ ਤੇ ਜਾਂਦਾ ਸੀ, ਔਖਾ ਹੀ ਕੜਾ ਚੜ ਗਿਆ। ਉੱਥੇ ਫਿਰ ਇੱਕ ਦਿਨ ਚੜਿਆ, ਇੱਕ ਪਿੰਡ, ਉੱਥੇ 2-3 ਦਿਨ ਰਹੇ। ਫਿਰ ਅਸੀਂ ਸੈਦੋਵਾਲ ਗੁੰਨੋਪੁਰ ਪਿੰਡ ਸੀ। ਅੱਛਾ। ਉੱਥੇ 2 ਦਿਨ ਰਹੇ ਹਾਂ। ਉੱਥੋਂ ਫਿਰ ਸਾਨੂੰ ਇੱਕ ਸਾਡਾ ਆਪਣੇ ਅੱਬੇ ਹੋਣਾ ਦਾ ਦੋਸਤ ਸੀ, ਉਹਦਾ ਪੁੱਤਰ ਸੀ ਫੌਜੀ। ਅੱਛਾ। ਅਬਦੁਲ ਰਸ਼ੀਦ ਦਾ ਬੇਟਾ ਛੋਟਾ। ਅੱਛਾ। ਅੱਛਾ, ਉਸ ਪਿੰਡ ਫਿਰ ਤੁਸੀਂ ਰਹੇ? ਹਾਂ, ਜਿਹੜੇ ਤੁਹਾਡੇ ਵਾਲਾ ਸਾਹਿਬ ਦੇ ਦੋਸਤ ਸੀ? ਨਹੀਂ, ਉਹ ਤੇ ਲੈ ਕੇ ਚੱਲੇ ਸੀ ਨਾ। ਅੱਛਾ। ਤੇ ਤੁਰੇ ਜਾਂਦੇ ਇੱਕ ਥਾਂ ਦੇ ਉੱਤੇ ਥੋੜਾ ਜਿਹਾ ਇੱਕ ਜੱਥਾ ਪਿਆ ਮਾੜਾ ਜਿਹਾ। ਅੱਛਾ। ਉਹ ਇੱਕ ਆਦਮੀ ਸੀ, ਉਹਦੇ ਅੱਗੇ ਲੱਗਿਆ ਸੀ ਗੋਲੀਆਂ ਤੇ ਮੁੰਡੇ। ਸਾਡੇ ਨਾਲ ਇੱਕ ਬੰਦਾ ਸੀ, ਇੱਕ ਬੰਦਾ ਉਹਦੇ ਕੋਲ ਬੰਦੂਕ, ਫੌਜੀ ਲਟਾਇਆ। ਅੱਛਾ, ਇੱਕ ਹੀ ਬੰਦੂਕ ਸੀ? ਇੱਕ ਬੰਦੂਕ। ਤੁਰੇ ਗਏ, ਉਹ ਪਿੰਡ ਤੇ ਬੈਠੇ। ਉੱਥੇ ਉਹ ਰਸ਼ੀਦ ਸ਼ਾਹ ਸੀ, ਸਾਡੇ ਅੱਬੇ ਦਾ ਦੋਸਤ, ਉਹਦਾ ਪਿਓ। ਅੱਛਾ। ਉਸ ਪਿੰਡ ਗਏ ਸਾਡੇ ਜੀ, ਇੱਕ ਬਈ ਜੀ ਸੀ, ਉੱਥੋਂ ਦੇ ਲੰਘਦੇ ਸੀ। ਅੱਛਾ। ਸਾਡੀ ਵਾਲਦਾ, ਉਹਦਾ ਪਿੰਡ ਉੱਥੇ ਸੀ। ਉਹ ਪਿੰਡ ਦਾ ਉਸ ਰੋਕ ਕੀਤਾ। ਉੱਥੋਂ ਬੰਦੇ ਬੜੇ ਮੁਸ਼ਕਿਲ ਜਿਹੇ ਲੰਘਦੇ ਸੀ, ਪਾਣੀ ਦੀ ਹੁੰਦੀ ਨਾ ਨਦੀ ਜਿਹੀ। ਹਾਂਜੀ। ਉਹ ਲੱਕੜਾਂ ਜਿਹੀਆਂ ਪਾ ਕੇ ਬਣਾਇਆ। ਅੱਛਾ। ਉਹ ਉਹਨਾਂ ਨੂੰ ਪਤਾ ਸੀ। ਉਹ ਸਾਡੇ ਨਾ, ਮੇਰੀ ਇੱਕ ਭੈਣ, ਇੱਕ ਮੇਰੀ ਮਾਂ, ਇੱਕ ਮੇਰੀ ਭਤੀਜੀ, ਯਾਨੀ 5 ਬੁੱਢੀਆਂ ਜੀ। ਅੱਛਾ। ਉਹ ਮਾਂ ਨੂੰ ਪਤਾ ਸੀ ਰਸਤੇ ਦਾ, ਉਧਰੋਂ ਹੋ ਗਿਆ, ਰਸ਼ ਬੜਾ ਸੀ ਲੰਘਣ ਨੂੰ। ਉਹ ਸਾਡੇ ਨਾਲ ਨਿਕਲ ਗਏ, ਉਹਨਾਂ ਦਾ ਪਿੰਡ ਉੱਥੇ। ਅੱਛਾ। ਉੱਥੇ ਇੱਕ ਪਿੰਡ ਸੀ ਗੁੰਨੋਪੁਰ ਦੇ, ਸੈਦੋਵਾਲ ਗੁੰਨੋਪੁਰ। ਅੱਛਾ। ਉੱਥੇ ਅਸੀਂ ਰਹੇ 2 ਰਾਤਾਂ। ਉਹ ਸਾਡੇ ਤੋਂ ਨਿਕੜਿਆ ਸੀ। ਉਹ ਉਹਨਾਂ ਨੂੰ ਚਲੇ ਗਏ। ਉਹ ਪੀਰ ਜਿਹੜਾ ਮੈਂ ਦੱਸਿਆ ਦੋਸਤ ਸੀ, ਹਾਂਜੀ, ਉਹਦਾ ਮੁੰਡਾ ਫੌਜ ਦੇ ਵਿੱਚ ਸੀ। ਅੱਛਾ।
ਉਹ ਲੱਭਦਾ ਲੱਭਦਾ ਨਾ ਉਹ ਤੇ ਅੱਪੜ ਪਿਆ। ਹੂੰ ਉਹ ਸਾਡੀਆਂ ਪੰਜੇ ਜਿਹੜੀਆਂ ਬੀਵੀਆਂ ਸੀ ਤੇ ਉਹ ਜਿਹੜੀਆਂ ਸੀ ਨਾ ਉਹਦਾ ਸ਼ਾਹ ਸ਼ਹੀਦ, ਹਾਂਜੀ ਉਹਦੀਆਂ ਬੇਟੀਆਂ 4 ਤੇ 2 ਬੇਟੇ, ਹੂੰ ਸਾਰੇ ਨਾਬਾਲਗ। ਅੱਛਾ ਤੇ ਉਹਨਾਂ ਨੂੰ ਨਾਲ ਲੈ ਕੇ ਬੁੱਢਾ ਬੰਦਾ ਦਾੜੀ ਉਹ ਅਸਲ ਜਾਂਦਾ ਸੀ ਗੁਜ਼ਰਾ। ਅੱਛਾ ਅੱਗੋਂ ਬੇਲਾ ਜਿਹਾ ਸੀ ਉਹਦੇ ਵਿੱਚ ਲੰਘਦੇ, ਅੱਗੇ ਦਿਨ ਘੋੜੀਆਂ ਦੇ ਉੱਤੇ ਕਿਤੇ ਸਿੱਖ ਆਉਂਦੇ, ਉਹਨਾਂ ਦੀ ਜ਼ੁਬਾਨੀ। ਹਾਂਜੀ ਉਹਨਾਂ ਦੇਖੇ ਤੇ ਉਹਨਾਂ ਨੇ ਕਿਹਾ ਹੁਣ ਤਿਆਰ ਹੋ ਜਾਓ। ਉਹ ਭੀੜ ਉਹਦੇ ਕੋਲ ਇੱਕ ਸ਼ੇਰਾ ਸੀ ਆਈਂਦਾ। ਹੂੰ ਉਹਨੇ ਕਿਹਾ ਭੈਣ ਤੁਹਾਨੂੰ ਪਹਿਲੇ ਮਾਰ ਲਓ ਫਿਰ ਦੂਸਰੇ ਨੂੰ ਸਾਰੇ ਬਾਅਦ ਚ ਆਪਣੇ ਹੱਥੀ। ਉਹ ਫਿਰ ਨਿਕਲੇ ਕੁਦਰਤ ਦੇ ਉਹ ਰਸਤੇ ਦੇ, ਜਦੋਂ ਬਚਾਉਣਾ ਹੋਵੇ ਹਾਂਜੀ ਉਹ ਬਾਹਰ ਨੂੰ ਲਾਮ ਨੂੰ ਕਿਤੇ ਹੋਵੇ, ਘੋੜੀਆਂ ਵਾਲੇ ਸਿੱਖ ਹੀ ਸੀਗੇ ਉਹ। ਉੱਥੋਂ ਫਿਰ ਜਾ ਕੇ ਉਹਦੇ ਨੂੰ ਪਤਾ ਉੱਥੇ ਅਸੀਂ 2 ਦਿਨ 3 ਦਿਨ ਰਹੇ ਹਾਂ। ਤੇ ਉਹ ਫਿਰ ਆ ਗਿਆ ਉਹਦਾ ਬੇਟਾ। ਪਹਿਲੇ ਦਿਨ ਸਾਡੇ ਪਿੰਡਾਂ 'ਚ ਗਿਆ। ਅੱਛਾ ਉੱਥੋਂ ਕੋਈ ਸ਼ਹਿਰ ਲੱਭੀ ਨਾ, ਫਿਰ ਉੱਥੇ ਉਹਦੇ ਕੋਲ ਸੀਗੇ 2 ਗੱਡੀਆਂ। ਗੱਡੀ ਸਾਡੇ ਇਲਾਕੇ ਚੱਲਦੀ ਘੱਟ ਸੀ। ਅੱਛਾ ਬਈਆਂ ਸ਼ਈਆਂ ਨਾਲ ਬੜੇ ਹੁਣ ਕਿਤੇ ਪਿਛਾ ਖੜੀਆਂ ਕੀਤੇ ਤੇ ਆਪ ਉਹ ਘੋੜੀਆਂ ਦੇ ਉੱਤੇ ਲੈ ਕੇ ਘੋੜੀਆਂ 3 ਸਿਪਾਹੀ ਉਹਦੇ ਨਾਲ। ਅੱਛਾ ਤੇ ਆਪ ਆ ਗਿਆ ਤੇ ਗੱਡੀਆਂ ਉੱਥੇ ਪਿਛਾਂ ਜਿੱਥੇ ਜਾ ਕਦੇ। ਉਹਨੇ ਕਿਹਾ ਸਾਡੇ ਅੱਬੇ ਹੁਣਾਂ ਨੂੰ, ਕਹਿਣ ਲੱਗੇ ਜੀ ਆਪਣੇ ਜੀ ਤੇ ਲੈ ਚਲੋ। ਮੈਂ ਉਹਨਾਂ ਨਾਲ ਲਿਆ ਕੇ ਤੇ ਆਪਣੇ ਉਹ ਪੀਰ ਜੇ ਸਾਡੇ ਜੀ ਤੇ ਜਿਹੜਾ ਉਹਦਾ ਪਿਓ ਤੇ ਉਹਦੀਆਂ ਭੈਣਾਂ ਸੀ, ਹਾਂਜੀ ਉਹ ਉਹਨਾਂ ਨੂੰ ਟੱਕਰਿਆ ਨਹੀਂ ਸੀ ਹਾਲੇ। ਅੱਛਾ ਅਸੀਂ ਕਿਹਾ ਅੱਬੇ ਹੁਣਾਂ ਨੂੰ ਕਿਹਾ ਅਸੀਂ ਬੈਠੇ ਆ ਕਿ ਤੁਸੀਂ ਉਹਦਾ ਨਾ ਪਤਾ ਕਰ। ਉਹ ਫਿਰ ਉਹਨਾਂ ਦਾ ਆਖਿਆ, ਉਹਨਾਂ ਨੂੰ ਲਿਜਾ ਕੇ ਉਹਨੇ ਤੇ ਲੈ ਗਿਆ ਤੇ ਗੱਡੀ 'ਚ ਇੱਕ ਭੇਜ ਦਿੱਤੀ। ਉਹਨਾਂ ਨੂੰ ਜਾ ਕੇ ਉੱਥੇ ਲਾਹੌਰ ਆ ਕੇ ਤੇ ਕਿਤੇ ਉਹ ਛੱਡ ਗਏ। ਤੇ ਫਿਰ ਸਾਡੇ ਕੋਲ ਉੱਥੇ ਆ ਕੇ ਤੇ ਉਹਨਾਂ ਨੇ ਕਿਹਾ ਚਲੋ ਜੀ ਹੁਣ ਥੋੜੇ ਜਿਹੇ ਅੱਬੇ ਉਹਨਾਂ ਨੇ ਕਿਹਾ ਵੀ ਆਪ ਉਹਨਾਂ ਨੇ ਜੀ ਜਾਣੇ ਨੇ, ਆ ਜਿੰਨਾ ਮੇਰਾ ਕਾਫਲਾ ਹੈ ਇਹਦੇ ਨਾਲ ਕਰ ਬੰਦੋਬਸਤ। ਅੱਛਾ ਉਸ ਕਿਹਾ ਬੜਾ ਗੁੱਸੇ ਨਾਲ ਕਹਿੰਦਾ ਚਾਚਾ ਜੀ ਮਰੋ ਫਿਰ ਤੁਸੀਂ ਇਹਨਾਂ ਨਾਲ ਇੱਥੇ ਤੇ ਮੈਂ 12 ਸਾਲ ਲੈ ਜਾਂਦਾ ਵਾ। ਅੱਛਾ ਉਹਨਾਂ ਕਿਹਾ ਨਹੀਂ। ਤੁਹਾਡੇ ਵਾਲਿਦ ਸਾਹਿਬ ਨੇ ਉਸ ਕਾਫਲੇ ਦਾ ਸਾਥ ਨਹੀਂ ਛੱਡਿਆ? ਨਹੀਂ, ਉਹਨਾਂ ਨੇ ਕਿਹਾ ਉਹਨਾਂ ਨੂੰ ਉਹ ਨਾਲ ਮੇਰੇ ਨਾਲ ਚੱਲੇ ਨਾ। ਉਹਨੇ ਫਿਰ 3 ਸਿਪਾਹੀ ਸਾਨੂੰ ਦਿੱਤੇ, ਬੜੇ ਮੁੰਡੇ ਚੰਗੇ ਸੀ। ਉਹਨਾਂ ਸਾਡਾ ਅਸਲ ਦੇ ਵਿੱਚ ਜਿਹੜਾ ਸੀ ਨਾ ਫਾਸਲਾ, ਹਾਂਜੀ ਉਹ ਤੋਂ ਮੈਨੂੰ ਹੁਣ ਮੇਰਾ ਮੂਲਾ ਯਾਦ ਨਹੀਂ। ਅਸੀਂ ਸਾਨੂੰ ਉਹਨਾਂ ਉੱਥੋਂ ਗੁਨੋਪੁਰ ਤੋਂ ਤੋਰਿਆ। ਅੱਛਾ ਤੇ ਅੱਗੇ ਚਲੇ ਗਏ ਅਸੀਂ ਇੱਕ ਪਿੰਡ ਦਰਿਆ ਇੱਕ ਰਾਵੀ ਸੀ। ਅੱਛਾ ਇਹਨੂੰ ਸਾਡੇ ਬੰਦੇ ਸਾਰੇ ਤਾਰੂ ਤੇ ਸਨ। ਅੱਛਾ ਉੱਥੇ ਨਾ ਉਹਨਾਂ ਬੰਦਿਆਂ ਨੇ ਬਣਾ ਕੇ ਇਹਨਾਂ ਨੇ ਟਿੱਡੀਆਂ ਜਿਹੀਆਂ, ਹਾਂਜੀ ਲੱਕੜੀਆਂ ਪਈਆਂ ਬਣਾ ਕੇ ਤੇ ਉਹ ਤੇ ਜਿਹੜੀਆਂ ਬੀਬੀਆਂ ਤੇ ਸਮਾਨ ਜਿਹੜਾ ਮਾੜਾ ਮੋਟਾ ਸੀ ਰੱਖ ਕੇ ਤੇ ਲੈ ਜਾਣ ਤੇ ਨਾ ਹੁਣ ਲੈ ਜਾਣ। ਬਾਰਿਸ਼ ਹੋਈ ਉੱਥੇ ਇੰਨੀ ਕੁ ਜਿਹਦਾ ਹਿਸਾਬ ਕੋਈ ਨਹੀਂ। ਬੰਦੇ ਜਿਹੜੇ ਤਰ ਕੇ ਸਾਰੇ ਜਾਣਦੇ ਸੀ ਸਾਰੇ ਲੰਘ ਗਏ। ਬਾਰਿਸ਼ ਕਦਮ ਨਾ ਹੋਵੇ। ਉੱਥੋਂ ਥੋੜੇ ਜਿਹੇ ਤੁਰੇ ਰਾਤ ਨੂੰ ਅੱਗੇ ਛੰਨਾ ਜੀਆਂ ਸੀ, ਉਹ ਇੱਕ ਬੇਊ ਜਿਹਾ ਕੌਮ ਦੀਆਂ 10-15 ਛੰਨਾ। ਉਹ ਅਸੀਂ ਉੱਥੇ ਗਏ ਤੇ ਰਾਤ ਉੱਥੇ ਕੱਢੀ। ਅੱਛਾ ਉੱਥੇ ਰਾਤ ਕੱਢ ਕੇ ਤੇ ਅਗਾਂਹ ਗਏ ਆ ਤੇ ਅੱਗੇ ਇੱਕ ਦਰਿਆ ਹੋਰ ਸੋਨੇ ਨਗਰ ਦਾ, ਉਹ ਦਰਿਆ ਬਿਆਸ ਦੇ ਵਿੱਚ ਲੰਘ ਕੇ ਇਧਰ ਨਿਕਲ ਕੇ ਤੇ ਇਸ ਤਰ੍ਹਾਂ ਉਹਨੂੰ ਕਹਿੰਦੇ ਸੀ ਉੱਜ। ਅੱਛਾ ਉਹ ਟੱਕਰ ਫਿਰ ਦੂਸਰਾ ਦਰਿਆ ਸਮਝੋ। ਅੱਛਾ ਉੱਥੇ ਪਾਰਲੀ ਲਾਮੇ 2 ਵੱਡੇ ਬੇੜੇ ਸੀ। ਬੰਦੇ ਮਾਰੀਆਂ ਛਾਲਾਂ ਲੈ ਕੇ ਤੇ ਜਾ ਕੇ ਇੱਕ ਇੱਧਰ ਚੁੱਕਣ ਇੱਧਰ ਉਹ ਦਰਿਆ ਦੇ ਵਿੱਚ ਚੜ੍ਹਦੇ। ਫਿਰ ਉਹ ਤੇ ਬੁੱਢੀਆਂ ਤੇ ਬੱਚਿਆਂ ਨੂੰ ਲੰਘਾ ਕੇ ਆਪ ਹੀ ਲੰਘਾ ਕੇ ਪਾਰ ਤੇ ਉੱਥੋਂ ਅੱਗੋਂ ਫਿਰ ਜਿਹੜਾ ਸਾਡਾ ਰਸਤਾ ਸੀ ਨਾ, ਉਹ ਫਿਰ ਤੁਰੇ ਰਹੇ ਕਈਆਂ ਪਿੰਡਾਂ ਤੁਰੇ ਇੱਥੇ ਤੱਕ। ਬਲਕਿ ਅਸੀਂ ਕਿਸੇ ਗੱਡੀ ਤੇ ਨਹੀਂ ਬੈਠੇ। ਹੁਣ ਅੱਗੋਂ ਪਾਕਿਸਤਾਨ ਫਿਰ ਪਹੁੰਚ ਗਏ। ਪਾਕਿਸਤਾਨ ਦੇ 10-12 ਮੇਰਾ ਖਿਆਲ ਦਿਨ ਰਹੇ। ਪਿੰਡ ਸੀਗੇ ਪੂਰਬ ਵਾਲੀ, ਮਹਿਲੋ ਵਾਲੀ। ਅੱਛਾ ਉੱਥੇ ਉਹ ਫੌਜੀ ਵਾਲਦਾ ਨਾਲ ਕਿੱਥੇ ਮੁਲਾਕਾਤ ਹੋਈ ਫਿਰ? ਹਾਂਜੀ ਵਾਲਦਾ ਨਾਲ ਉਹਨਾਂ ਨੂੰ ਇੱਥੇ ਆ ਕੇ, ਇੱਥੇ ਲਾਹੌਰ ਦੇ ਵਿੱਚ? ਆਹੋ ਉਸੇ ਉਹਨੇ ਘਰ ਸੀ ਨਾ ਉਹਦਾ ਜਿਹੜਾ ਵੱਡਾ ਸਰਾ ਤੇ ਉਹਦੇ ਵਿੱਚ ਹੀ ਉਹਨੇ ਸਾਰੇ ਉਹ ਜੀ ਅੱਛੇ ਫਿਰ ਉੱਥੇ ਮੁਲਾਕਾਤ ਹੋਈ। ਹਾਂਜੀ ਉੱਥੋਂ ਜਦੋਂ ਅਸੀਂ ਦਰਿਆ ਲੰਘਣ ਲੱਗੇ ਨਾ, ਹਾਂਜੀ ਉੱਥੇ ਉਹ ਫਿਰ ਆਇਆ ਗੱਡੀ ਤੇ ਆਪਣੀ ਉਹ ਜਿਹੜੀ ਹੁੰਦੀ ਛੋਟੀ ਉਹ ਤੇ ਸਿਪਾਹੀ ਸੀਗੇ ਨਾਲ 500। ਅੱਛਾ ਉਹ ਅੱਬੇ ਉਹਨਾਂ ਨੂੰ ਕਹਿੰਦਾ ਵੀ ਹੁਣ ਮੇਰਾ ਹੱਥ ਜੋੜਨਾ ਤੇ ਤੁਸੀਂ ਇਹ ਨਹੀਂ ਕਰੋ, ਮੈਨੂੰ ਇਹਦੇ ਨਾਲ ਉਠਾ ਕੇ ਕਰਦਾ ਮੈਂ ਉੱਥੇ ਲੈ ਜਾ।
ਉਹਨਾਂ ਕਹਿੰਦੇ ਸਾਡਾ ਵੱਡਾ ਭਾਈ ਕਹਿਣ ਲੱਗਾ, ਉਹ ਚਾਚਾ ਜੀ ਕਹਿੰਦੇ ਹੁੰਦੇ ਸੀ ਅੱਬੇ ਜੀ, ਉਹ ਸਾਡਾ ਇੱਕ ਭਰਾ ਹੀ ਲੱਗਦਾ ਸੀ ਨਾਲ। ਉਹ ਛੋਟਾ ਉਹ ਚਾਚਾ ਕਹਿੰਦਾ ਹੁੰਦਾ ਸੀ, ਤੇ ਉਹਦੀ ਔਲਾਦ ਨੂੰ ਜਦੋਂ ਪੈਦਾ ਹੋਏ ਤੇ ਚਾਚਾ। ਅੱਛਾ। ਉਹਨਾਂ ਕਿਹਾ ਜੀ ਨਹੀਂ ਮੈਂ ਤੁਸੀਂ ਚਲੀਏ ਨਹੀਂ। ਉਹਨੇ ਕਿਹਾ ਨਾ ਨਹੀਂ। ਉਹਨੇ ਕਿਹਾ ਗੱਲ ਕਰੋ, ਸਿਪਾਹੀ ਸਾਨੂੰ ਦੇ ਜਾ ਤੇ ਬਸ ਅੱਲਾ ਅੱਲਾ ਖਾਦਾ ਤੂੰ ਜਾ। ਉਹ ਸਿਪਾਹੀ 3 ਸਾਨੂੰ ਦਿੱਤੇ, ਸਾਨੂੰ ਉਹ ਫਿਰ ਚੜਾ ਕੇ ਤੇ ਉੱਥੇ ਆ ਗਏ। ਅਸੀਂ ਪਾਰ ਦੇਵਾਂਗੇ ਕਰਾਸ ਕੀਤੇ, ਸਭ ਕੁਝ ਕੀਤਾ। ਤੇ ਤੁਰੇ ਅਸੀਂ ਤੋਂ ਯੂਨੀਵਰਸਿਟੀ ਨੂੰ ਇੱਧਰ ਰਸਤੇ ਮੈਨੂੰ ਯਾਦ ਨਹੀਂ, ਚੱਕਰਗੜ੍ਹ ਦੇ ਵਿੱਚੋਂ ਦੀ। ਤੁਹਾਡੇ ਵਾਲਦ ਸਾਹਿਬ ਨੇ ਉਹ 300 ਸੀ ਨਾਲ ਬੰਦੇ ਸਨ, ਉਹਨਾਂ ਦੀ ਜਾਨ ਬਚਾ ਕੇ ਪਾਕਿਸਤਾਨ ਤੱਕ ਲਿਆਂਦਾ। ਜਾਨ ਤੇ ਅੱਲਾ ਹੀ ਬਚਾਉਂਦਾ ਨਾ, ਉਹ ਤੇ ਅੱਲਾਹ ਤਾਲਾ ਬਚਾਉਂਦਾ, ਲੇਕਿਨ ਸੀਗੇ ਉਹਨਾਂ ਨੇ ਸਾਥ ਨਹੀਂ ਛੱਡਿਆ। ਹਾਲਾਂਕਿ ਚਾਹੁੰਦੇ ਆਪਣੀ ਜਾਨ ਬਚਾ ਕੇ ਆ ਸਕਦੇ ਸੀ, ਇਹ ਉਹਨਾਂ ਦੇ ਕੰਮ ਨਹੀਂ ਕੀਤਾ। ਬੜੀ ਵੱਡੀ ਗੱਲ ਹੈ ਕਿ ਉਹਨਾਂ ਨੇ 300 ਬੰਦੇ ਦਾ ਜਿਹੜਾ ਕਾਫਲੇ ਦੇ ਨਾਲ ਸੀ ਉਹਨਾਂ ਦੇ, ਉਹਨਾਂ ਨੂੰ ਨਾਲ ਆਪਣੀ ਸਰਬਰਾਹੀ ਦੇ ਵਿੱਚ ਲਿਆਂਦਾ। ਵਾਹ ਜੀ ਵਾਹ। ਇਸ ਤਰ੍ਹਾਂ ਦੀਆਂ ਕਹਾਣੀਆਂ ਬੜੀਆਂ ਘੱਟ ਸੁਣਨ ਨੂੰ ਮਿਲਦੀਆਂ। ਅਸੀਂ ਕਹਿੰਦੇ ਸੀ ਹਰ ਇੱਕ ਨੂੰ ਆਪਣੀ ਆਪਣੀ ਜਾਨ ਦੀ ਪਈ ਸੀ ਕਿ ਮੇਰੀ ਜਾਨ ਬਚ ਜਾਵੇ। ਬਿਲਕੁਲ, ਮਾਂ ਪਿਓ ਦਾ ਨਹੀਂ ਸੀ, ਇੱਕ ਦੂਸਰੇ ਦਾ ਸਾਥ ਆਪਣਾ ਸੀ। ਐਸੇ ਤਰ੍ਹਾਂ ਹੀ ਜੀ, ਐਸੇ ਤਰ੍ਹਾਂ। ਤੇ ਇੱਥੇ ਫਿਰ ਮਰੀਦ ਕੇ ਕਿੰਨੀ ਦੇਰ ਬਾਅਦ ਤੁਸੀਂ ਪਹੁੰਚੇ? ਇੱਥੇ ਅਸੀਂ ਕੁਛ ਦਿਨ ਨਾ ਉੱਥੇ ਸ਼ਕਰਗੜ੍ਹ ਦੇ ਇੱਕ ਪਿੰਡ ਸੀਗਾ, ਮੈਂ ਉੱਥੇ ਨਾ ਪੂਰਬ ਵਾਲੀ ਤੇ ਮਹਿਦੋ ਵਾਲੀ 2 ਪਿੰਡ। ਹਾਂਜੀ। ਉੱਥੇ ਅਸੀਂ ਕੋਈ 10-12 ਦਿਨ ਉੱਥੇ ਰਹੇ। ਉੱਥੇ ਫਸਲ ਵੀ ਵਾਵਾ ਸੀ। ਅੱਛਾ ਅੱਛਾ। ਤੇ ਕੋਠੀਆਂ ਕੱਚੀਆਂ ਦੇ ਵਿੱਚ ਦਾਣਾ ਪੱਕਾ। ਸਹੀ। ਉੱਥੋਂ ਤੁਰਦੇ ਅਸੀਂ ਪਹੁੰਚੇ ਬੜੀ ਮੁਸ਼ਕਿਲ ਨਾਲ, ਪੈਦਲ ਹੀ। ਇੱਕ ਗੁੱਜਰਾਂ ਦਾ ਪਿੰਡ ਸੀ, ਉੱਥੇ ਜ਼ੈਲਦਾਰ ਸੀ, ਉੱਥੇ ਰਾਤ ਪਈ। ਅੱਛਾ ਅੱਛਾ। ਤੇ ਉਹਨਾਂ ਦਾ ਸੀ ਖੂਹ। ਅੱਛਾ। ਉਹਦੇ ਵਿੱਚ ਪਾਣੀ, ਉਹਦਾ ਮੌਕਾ ਕੰਜਰਾਂ ਲਾ ਲਿਆ, ਇਹਨਾਂ ਰਾਤ ਇੱਥੇ ਰਹਿਣਾ। ਅੱਛਾ। ਪਾਣੀ ਦਾ ਜਿੰਨਾ ਕੱਢਦੇ ਨੇ ਪੂਰਾ ਕਰਾ। ਉੱਥੋਂ ਫਿਰ ਚੱਲਿਆ ਅਸੀਂ ਪੈਦਲ ਬੜਾ ਰੰਗ ਦੇ ਅਸ਼ਦਰੇ ਲਗਾ ਕੇ 2 ਗੱਡੇ ਕਰਾ ਦਿੱਤੇ ਨੇ। ਅੱਛਾ। ਕੁਝ ਬੰਦੇ ਰੇਲ ਤੇ ਚੜ ਗਏ ਸੰਗਤਰੇ ਤੋਂ, ਉਹ ਗੜੀ ਤੇ ਚੜ ਗਏ। ਬਹੁਤਾ ਕਾਫਲਾ ਖਿਲਰ ਗਿਆ ਸਾਰਾ। ਫਿਰ ਅੱਛਾ। ਉਹ ਆਪਣੇ ਮਿੰਟ ਗੁਮਰੀ ਚਲੇ ਗਏ, ਕੋਈ ਇੱਧਰ ਚਲੇ ਗਏ, ਕਿਧਰ ਚਲੇ ਗਏ। ਅਸੀਂ 100 ਕੁ ਬੰਦਾ ਜਿਹੜੇ ਸੀ ਨਾ ਘਰ, ਉਹ ਇੱਥੇ ਅਸੀਂ ਆਏ ਹਾਂ ਸ਼ੇਖੂਪੁਰ ਦੇ ਨਾਲ। ਇੱਕ ਇਸ ਤਰ੍ਹਾਂ ਨਾ ਡੇਰਾ ਵਾ, ਉੱਥੇ ਰਹੇ ਆ। ਉੱਥੇ ਦਾ ਸਾਡਾ ਨੰਬਰਦਾਰ ਜਿਹੜਾ ਸੀ, ਭਤੀਜਾ ਮੇਰਾ ਹੀ ਲੱਗਦਾ ਸੀ। ਅੱਛਾ ਅੱਛਾ। ਉਹ ਉੱਥੇ ਫੌਤ ਹੋ ਗਿਆ। ਅੱਛਾ। ਉੱਥੇ ਦਫਨ ਕੀਤਾ। ਉੱਥੇ ਗਲੀ ਦੇ ਵਿੱਚ ਜ਼ੈਲਦਾਰ ਸੀਗਾ। ਉਹ ਜ਼ੈਲਦਾਰ ਜਿਹੜਾ ਸੀ, ਉਹਦੀ ਦੂਸਰੀ ਜ਼ੈਲਦਾਰ ਦਾ ਸੀ। ਹਾਂਜੀ। ਤੇ ਉਹਨੇ ਅੱਬੇ ਹੁਣਾਂ ਨੂੰ ਸਾਨੂੰ ਪੁਰਾਣੇ ਵਾਕਫੀਆਂ ਸਾਰੀਆਂ ਸੀਗੀਆਂ। ਸਾਰੇ ਵਾਕਫੀ। ਉਹ ਕਹਿਣ ਲੱਗਾ ਜੀ ਤੁਸੀਂ ਇੱਥੇ ਸਾਡੇ ਕੋਲ ਹੀ ਰਹੋ। ਅੱਛਾ। ਉਹਨੇ ਕਿਹਾ ਅੱਛਾ ਦੇਖਦੇ ਆ। ਉੱਥੇ ਅਸੀਂ 10-12 ਦਿਨ ਰਹੇ ਆ। ਮੇਰੇ ਤੋਂ ਵੱਡਾ ਜਿਹੜਾ ਸੀ ਨਾ, ਵੱਡੇ ਤੋਂ ਛੋਟਾ, ਉਹਨੇ ਗਿਆ ਤੇ ਇੱਕ ਥਾਣੇਦਾਰ ਸਾਡੇ ਪਿੰਡ, ਸਾਡੇ ਮਜ਼ਾਰਾ ਸੀ ਉਹਦਾ ਪਿਓ, ਉਹ ਥਾਣੇਦਾਰ ਉਹਨੂੰ ਟੱਕਰ ਗਿਆ ਇੱਥੇ ਸ਼ੇਖੂਪੁਰੇ। ਉਹਨੇ ਕਿਹਾ ਤੁਸੀਂ ਭਜਦੇ ਫਿਰਦੇ ਆ, ਤੁਸੀਂ ਕੈਂਪ ਦੇ ਵਿੱਚ ਦਾਖਲਾ ਪਵਾਓ ਪਹਿਲੇ। ਅੱਛਾ। ਅਸੀਂ ਕੈਂਪ ਚ ਕਿਸੇ ਚ ਨਹੀਂ ਵੜੇ। ਅੱਛਾ। ਉਹਦਾ ਦਾਖਲਾ ਪਵਾ ਦਿਆ ਉਹਨੇ ਫਿਰ ਇੱਕ ਪਟਵਾਰੀ ਸੀ ਸਾਡੇ ਉੱਥੇ, ਹਿੰਦੁਸਤਾਨ ਜਿਹੜਾ ਸਾਰਾ ਉਮਰ ਹੀ ਉਹਦੀ ਉੱਥੇ ਲੱਗੀ ਸੀ। ਤਾਲਪੁਰ ਪਨੋਰੀ ਦਾ ਜੱਟ ਸੀ। ਅੱਛਾ ਅੱਛਾ। ਬਰਕਤ ਅਲੀ ਉਹਦਾ ਨਾਂ ਸੀ। ਉਹ ਵੀ ਟੱਕਰ ਗਿਆ। ਉਹਨੇ ਕਿਹਾ ਵੀ ਹੁਣ ਤੁਸੀਂ ਨਾ ਮਰੀਜ਼ ਕੇ ਪਿੰਡ ਦਾ, ਉਹ ਲੱਗਾ ਸੀ ਸੱਚੇ ਸੌਦਾ ਜਿਹੜਾ ਝੂੜਕਾਣਾ ਜਿਹਨੂੰ ਕਹਿੰਦੇ ਆ, ਇੱਥੇ ਲੱਗਾ ਸੀ। ਉਹਨੇ ਕਿਹਾ ਮਰੀਜ਼ਾਂ ਦਾ ਪਰਮਿਟ ਕਟਾਓ। ਉਹ ਅਸੀਂ ਫਿਰ ਪਰਮਿਟ ਕਟਾਇਆ। ਉਹ ਜ਼ੈਲਦਾਰ ਗਾਜ਼ੀ ਬੈਠਾ ਸੀ, ਉਹਨੇ ਹੱਥ ਜੋੜੇ ਅੱਬੇ ਹੁਣ ਅੱਗੇ ਵੀ ਤੁਸੀਂ ਇੱਥੋਂ ਨਾ ਜਾਓ, ਤੁਸੀਂ ਇੱਥੇ ਰਹੋ। ਉਹਨੇ ਧਿਆਨ ਤੇ ਵੀ ਲੱਗੇ ਵੀ, ਉਹਨੇ ਕਿਹਾ ਜ਼ੈਲਦਾਰ ਤੁਹਾਨੂੰ ਸਾਡੀ ਨੀ ਬਣਦੀ। ਅਸੀਂ ਫਿਰ ਇੱਥੇ ਆ ਗਏ। ਅੱਛਾ ਅੱਛਾ। ਇੱਥੇ ਉਸ ਵੇਲੇ ਸਿੱਖਾਂ ਦੇ ਘਰ ਪੱਕੇ ਹੁੰਦੇ ਸਨ? ਨਹੀਂ, ਘਰ ਪੱਕੇ ਸੀ ਸਿੱਖਾਂ ਦੇ, ਤੇ ਥੋੜੇ ਸੀਗੇ। ਅੱਛਾ ਅੱਛਾ। ਅਸੀਂ ਇੱਥੇ ਲੋਕਾਂ ਨੇ ਜਿਹੜੇ ਸਾਰਾ ਪਿੰਡ ਜਿਹੜਾ ਇਹ ਚ ਮਾਲਕ ਕੋਈ ਨਹੀਂ ਸੀ ਮੁਸਲਮਾਨ ਕੋਈ ਨਹੀਂ, ਸਿੱਖ ਹੀ ਮਾਲਕ ਸੀ। ਤੇ ਉਹ ਬਣੇ ਸੀ ਚੌਧਰੀ। ਅੱਛਾ, ਉਸ ਵੇਲੇ ਵਾਕਈ ਚੌਧਰੀ ਬਣ ਗਏ ਸੀ। ਬਿਲਕੁਲ। ਇਹ ਗੁਰਦੁਆਰਾ ਇੱਥੇ ਹੁੰਦਾ ਸੀ। ਅੱਛਾ।
ਅਸੀਂ ਉੱਥੇ ਬਾਹਰ ਇੱਕ ਹਵੇਲੀ ਸੀ ਵੱਡੀ ਸਾਰੀ, ਉੱਥੇ ਪਹਿਲੇ ਸਾਰੇ ਬੈਠੇ ਆ ਕੇ। ਅੱਛਾ। ਉੱਥੇ ਸਾਰੇ ਜਿਹੜੇ ਕਿ ਭਰੋ ਵਾਲਾ ਪਿੰਡ ਦੇ ਰਾਏ ਸੀ ਇੱਥੇ ਰਹਿੰਦੇ, ਉਹ ਵੀ ਆਏ ਮਹਾਜਨ, ਉਹ ਚਲੇ ਗਏ ਇੱਥੋਂ। ਅੱਛਾ। ਉਹਨਾਂ ਨੂੰ ਕੋਠੇ ਕੋ ਮਿਲੇ ਸੀ, ਉਹ ਫਿਰ ਉਹਨਾਂ ਨੇ ਸਾਨੂੰ ਦੱਸਿਆ ਉੱਥੇ। ਬਲਕਿ ਇੱਕ ਉਹ ਨਾ ਇੱਥੇ ਬੰਦੇ ਜਿਹੜੇ ਸੀ ਨਾ, ਉਹ ਇੱਕ 2 ਜਲਾਹ ਤੇ ਇੱਕ ਮੋਚੀ, ਇੱਕ ਹਸਾਈ, ਤੇ ਇਹ ਬਣਾਈ ਸੀ ਕਮੇਟੀ। ਅੱਛਾ। ਇਹਨਾਂ ਨੇ ਉਹ ਬੰਦਿਆਂ ਨੇ ਹੁਣ ਰੋਟੀ ਪਾਣੀ ਪਕਾਉਣ ਵਾਸਤੇ ਕੋਈ ਬਾਲਣ ਜਾਣਾ ਕਰਨਾ। ਉਹ ਇੱਕ ਮੀਆਂ ਤਾਜ ਹੁੰਦਾ ਸੀ, ਮਸਜਿਦ ਦੇ ਕੱਚੀ ਜੀ ਮਸਜਿਦ ਇੰਨੀ ਕਹਿੰਦੇ ਛੋਟੀ ਜੀ ਸੀ। ਅੱਛਾ। ਉਹ ਉੱਥੇ ਖੜਾ, ਤੇ ਸਾਡੇ ਉਹ ਭਰਵਾਲੀਏ ਦੇ ਉਹ ਮੁੰਡੇ ਤੇ ਇੱਕ ਮੇਰਾ ਵੱਡਾ ਉਹ ਭਾਈ ਜਿਹੜਾ ਸੀ, ਹਾਂਜੀ, ਇਹ 3-4 ਜਣੇ ਖੜੇ ਸੀ। ਉਹਨੇ ਕਿਹਾ ਮੁਹਾਜਰੋ। ਅੱਛਾ। ਉਹ ਜਾ ਕੇ ਬਾਹਰੋਂ ਤੇ ਲੱਕੜੀਆਂ ਚੁਣ ਕੇ ਲਿਆ ਕੇ ਰੋਟੀਆਂ ਪਾਓ, ਜਿਹਨੇ ਉਹ ਲੱਕੜੀ ਕੋ ਵੱਢੀ ਕਿਤੇ ਤੇ ਮੈਂ ਬੁਰਾ ਹਾਲ ਕਰਾਂਗਾ। ਅੱਛਾ। ਉਹ ਜਿਹੜੇ ਭਰਵਾਲੀਏ ਸਾਡੇ ਤੋਂ ਪਹਿਲੇ ਆਏ ਸੀ ਨਾ, ਉਹਨਾਂ ਖਰਾਸ ਆਪ ਜੋੜ ਕੇ ਨਾ, ਜਿਵੇਂ ਬੰਦੇ ਨੇ ਆਪ ਜੋੜ ਕੇ ਆਟਾ ਪੀ ਕੇ ਖਾਂਦੇ ਸੀ। ਉਹ ਉਧਰ ਖਰਾਸ ਸੀ ਉੱਥੇ। ਉਹਨੇ ਕਿਹਾ, ਉਹ ਵੀ ਨਾਲ ਖੜੇ ਦਲੇਰ ਬੰਦੇ ਸੀ ਉਹਦੇ। ਅੱਛਾ। ਉਹਨਾਂ ਖੜੇ ਸੀ। ਉਹ ਮੇਰੇ ਤਾਂ ਉਹਦੀ ਦਾੜੀ ਚੰਗੀ ਤੇ ਬੜਾ, ਦੇਖੋ ਤੁਸੀਂ ਬੀਬੀਆਂ ਨੂੰ ਘੱਲਿਆ ਕਰੋ ਸਾਡੀਆਂ ਹਵੇਲੀਆਂ ਚ, ਗੋਹਾ ਥੱਪਣ ਉਹ ਬਾਲੋ। ਅੱਛਾ। ਇੱਥੋਂ ਤੱਕ ਉਹਨਾਂ ਦੇ ਦਿਮਾਗ ਖਰਾਬ ਸੀ। ਉਹ ਭਰਵਾਲੀਆ ਜਿਹੜੇ ਵੀ ਤੇਜ਼ ਸੀ, ਤੇ ਮੇਰਾ ਭਾਈ ਜਿਹੜਾ ਸੀ ਉਹ ਵੀ ਬੜਾ ਗੁੱਸੇ ਆ ਸੀ। ਉਹਨਾਂ ਉਹਨੂੰ ਫੜ ਲਿਆ, ਦੇ ਛਿੱਤਰ ਤੇ ਛਿੱਤਰ, ਦੇ ਛਿੱਤਰ ਤੇ ਛਿੱਤਰ। ਤੋਬਾ ਕੀਤੀ ਜਦੋਂ ਉਹਨੂੰ ਛੱਡਿਆ। ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਉਧਰ ਦੇ ਚੌਧਰੀ ਆਏ ਨੇ, ਇੱਧਰ ਦੇ ਕਿਵੇਂ ਆਏ ਨੇ। ਉਹਦੇ ਫਿਰ ਸਾਡੀ ਉਹ ਜਾਨ ਛੁੱਟੀ। ਇੱਕ ਸਾਈ ਸੀ ਗੁਰਦਾਸਪੁਰੋਂ ਆਇਆ। ਅੱਛਾ। ਉਹਨੇ ਕਹਿਣਾ ਸਾਨੂੰ ਈਦ ਆਈ ਸੀ, ਉਹਨੇ ਨਾ ਇੱਕ ਇੰਜ ਚਿਬਾ ਜਿਹਾ ਵੱਛਾ ਸੀ ਵਾਹ ਤਗੜਾ। ਅੱਛਾ। ਉਹਨੇ ਲਿਆ ਕੇ ਨਾ ਕਹਿੰਦਾ ਆ ਲਓ ਜੀ ਮੇਰੇ ਚੌਧਰੀ ਉਹ ਤੁਸੀਂ ਪੁਰਾਣੇ, ਇਹਨੂੰ ਹਲਾਲ ਕਰਕੇ ਤੇ ਈਦ ਮਨਾਓ ਆਪਣੀ। ਅੱਛਾ। ਉਹ ਫਿਰ ਸਾਰਿਆਂ ਜਿੰਨੇ ਸੀ ਘਰ ਬੜਾ ਵੱਡਾ ਸਾਰਾ ਈਦ ਮਨਾਈ। ਅੱਛਾ। ਅੱਛਾ। ਇਸ ਤਰ੍ਹਾਂ ਦੇ ਹਾਲਾਤ ਸੀ। ਅੱਛਾ ਬਾਬਾ ਜੀ ਵੇਖ ਲਓ, ਜਦੋਂ ਇੰਨਾ ਕੁਝ ਛੱਡ ਕੇ ਇੱਧਰ ਆਏ ਸੀ, ਹਾਂਜੀ, ਇੱਧਰ ਆ ਕੇ ਵੀ ਚਾਹੇ ਉਹ ਮੁਸਲਮਾਨ ਸੀ, ਚਾਹੇ ਕਿਹੜੀ ਬਰਾਦਰੀ ਸੀ, ਉਹਨਾਂ ਨੇ ਵੀ ਸਾਥ ਨਹੀਂ ਦਿੱਤਾ। ਉਹਨਾਂ ਨੇ ਵੀ ਆਪਣੇ ਤੋਂ ਕਮਤਰ ਸਮਝਣ ਦੀ ਕੋਸ਼ਿਸ਼ ਕੀਤੀ ਆਪਣੇ। ਉਹ ਪਨਾਹ ਗੀਤ ਲੈਂਦੇ ਸੀ ਨਾ, ਅੱਜ ਤੱਕ ਇਹੀ ਲਫ਼ਾਜ਼ ਸੁਣਨ ਨੂੰ ਮਿਲਦੇ ਨੇ। ਪਨਾਹ ਗੀਤ, ਪਨਾਹ ਕੰਜਰੋਂ ਕੋ ਦਿੱਤੀ ਹੋਵੇ ਤਾਂ ਵੀ ਗੱਲ ਕਰੋ। ਪਨਾਹ ਕਮੀ ਸਾਰੇ ਸੀ। ਇੱਕ ਬੰਦਾ ਇਸੇ ਦਾ ਕਿਲੇ ਦਾ ਮਾਲਕ ਵੀ ਨਹੀਂ ਸੀ। ਜਲਾਏ ਮੋਚੀ ਤੇਲੀ ਸਾਰੇ ਘਰ। ਹਾਂਜੀ। ਅਸੀਂ ਜਿੰਨੀਆਂ ਵੀ ਸਟੋਰੀਆਂ ਕੀਤੀਆਂ ਨਾ ਇੱਧਰ ਆਪਣੇ ਇਸ ਇਲਾਕੇ ਦੀਆਂ, ਜਿਹੜੇ ਉਧਰੋਂ ਮਹਾਜਰ ਆਏ ਨੇ, ਉਹਨਾਂ ਨੇ ਦੱਸਿਆ ਕਿ ਇੱਥੇ ਜਿਹੜੇ ਸੀ ਨਾ ਛੋਟੀਆਂ ਬਰਾਦਰੀਆਂ ਦਾ ਕਹਿਣਾ ਨਹੀਂ ਚਾਹੀਦਾ, ਉਸ ਵੇਲੇ ਚੌਧਰੀ ਬਣ ਗਏ ਸਨ। ਬਿਲਕੁਲ। ਇੱਕ ਹਸਾਈ, ਇੱਕ ਨਾਈ, ਇੱਕ ਘੁਮਿਆਰ। ਉਹ ਕਹਿੰਦੇ ਜੀ ਆਪਸ ਚ ਇਹਨਾਂ ਨੇ ਦਿਨੇ ਨਾ ਲੁੱਟਿਆ ਕਰਨਾ, ਰਾਤ ਨੂੰ ਸੋਇਆ ਕਰਨਾ। ਠੀਕ ਹੈ। ਫਿਰ ਕਹਿੰਦੇ ਆਪਸ ਚ ਸਲਾਹ ਕਰ ਰਹੇ ਸਨ ਕਿ ਆਪਣਾ ਹੁਣ ਕੰਮੀ ਕਿਹੜਾ ਹੋਏਗਾ, ਆਪਾਂ ਤਾਂ ਚੌਧਰੀ ਹੋ ਗਏ। ਕਹਿੰਦਾ ਫਿਰ ਰਾਜਪੂਤ ਬਾਬੇ ਨੇ ਸਟੋਰੀ ਸੁਣਾਈ, ਕਹਿੰਦਾ ਫਿਰ ਅਸੀਂ ਆ ਕੇ ਇਹਨਾਂ ਨੂੰ ਮਾਂਜਿਆ, ਇਹਨਾਂ ਨੂੰ ਅਸੀਂ ਅਸਲੀਅਤ ਵਾਹੀ ਕਿਹਾ ਤੁਹਾਡਾ ਕੰਮ ਤੇ ਆਪਣਾ ਕਰੋ। ਸਾਡਾ ਬਸ ਉਹ ਜਿਹੜਾ ਬੜਾ ਮਤਨੇ ਕੰਮ ਬਣਿਆ ਸੀ, ਉਹਦੀ ਜਿੱਦਣ ਸਜਾਮਤ ਹੋ ਗਈ ਫਿਰ ਸਾਰੇ ਠੀਕ ਹੋ ਗਏ। ਅੱਛਾ। ਜ਼ਮੀਨ ਆਪਣੀ ਪੂਰੀ ਆ ਗਈ ਇੱਧਰ? ਜ਼ਮੀਨ ਸਾਡੀ ਬਹੁਤ ਘੱਟ ਆਈ ਸੀ। ਅੱਛਾ। ਇੱਕ ਤੇ ਪੂਰੀ 12 ਕਿੱਲਿਆਂ ਦੀ ਰਜਿਸਟਰੀ ਸੀ, ਉਹ ਅਸਲ ਦੇ ਵਿੱਚ ਇੰਤਕਾਲ ਨਹੀਂ ਸੀ ਹੋਇਆ। ਅੱਛਾ। ਉਹ ਸਾਡਾ ਵੱਡਾ ਭਾਈ ਸੀ, ਉਹ ਉੱਥੇ ਵੱਖਰਾ ਹੋ ਗਿਆ ਸੀ। ਅੱਛਾ। ਉਹਨੇ ਲਈ 12 ਕਿੱਲੇ। ਸਹੀ। ਤੇ ਸਾਡੇ ਸੀ 100 ਕਿੱਲੇ ਤੋਂ ਕਿੱਲੇ ਨਹੀਂ ਕਮਾ ਹੁੰਦੇ ਸੀ ਸਾਡੇ। ਅੱਛਾ। ਉਦੋਂ ਕਮਾ ਹੁੰਦੇ ਸੀ। ਉਹ ਸਾਨੂੰ ਸਾਡੇ ਯੂਨਿਟ ਉਹਦੇ ਜਿਹੜੇ ਸੀ ਉਹ ਬਹੁਤ ਘੱਟ ਸੀ ਗੁਰਦਾਸਪੁਰ ਦੇ। ਇੱਥੇ ਜਿਹੜੇ ਸੀ ਇੱਥੇ ਵੱਧ ਸੀ। ਉਹ ਦਰਿਆ ਦੇ ਨਾਲ ਸੀ ਤਾਂ ਕਰਕੇ। ਹਾਂ, ਦਰਿਆ ਦੀ ਸਾਰੇ ਦਿਨ। ਸਹੀ ਹੋ ਗਿਆ। ਠੀਕ ਹੋ ਗਿਆ ਬਜ਼ੁਰਗ, ਬੜਾ ਵਧੀਆ ਲੱਗਿਆ ਤੁਹਾਡੇ ਕੋਲ ਪੂਰੀ ਕਹਾਣੀ ਸੁਣੀ ਹੈ। ਤੇ ਅਗਰ ਤੁਹਾਡੇ ਭਾਈ ਨਾਲ ਤੁਹਾਡੇ ਬੈਠੇ, ਉਹਨਾਂ ਦਾ ਮਾਸ਼ਾਅੱਲਾ ਬੜਾ ਨਾਂ ਸੀ। ਅੱਲਾਹ ਤਾਲਾ ਉਹਨਾਂ ਜੰਨਤ ਦੀ ਜਗ੍ਹਾ ਤੇ, ਤੁਹਾਡੇ ਵੱਡਿਆਂ ਨੂੰ ਵੀ ਅੱਲਾਹ ਜੰਨਤ ਦੀ ਜਗ੍ਹਾ ਤੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।